गुरु की कथा रही आप नूं गुरु का इतिहास सरवण कराणगे। बुलाओ फतेह। वाहिगुरु जी का खालसा, वाहिगुरु जी की फतेह। सतनाम श्री वाहिगुरु जी। वाहिगुरु साहिब जीओ। गुर प्रसाद पाइयै परमारत, सत संगत सेति मन खचना। किया खेल बड़ मेल तमाशा, वाहिगुरु तेरी सब रचना। किया खेल बड़ मेल तमाशा, वाहिगुरु तेरी सब रचना। गुर अंगद आम मुर्शदुल आलमी, जे फजल अहद रहमतुल मुज़नबी। गुर अंगद मुर्शदुल आलमी, जय फजल अहद रहमतुल मुज़नबी। चवर छतर तख्त दे मालक, दो जहाना दे वाली, बादशाह दरवेश, समुची कायनात दे रहबर, जहरा जहूर हाजरा हजूर, सर्ब कला भरपूर, आलमे रोशन रोशने चिराग, मुर्शदे कामल, नूरे नजर बरदो आलम शाह। पीरां दे पीर, बाबियां दे बाबे, गुरुआं दे गुरु, नाथां दे नाथ, सर्ब कला समरथ, चार पदार्थां दे दाते, ज्ञान दे अगमी सागर, सर्ब सांझी वालता दा उपदेश देन वाले, समुची मनुखता नूं एक परमात्मा दे चरनां नाल जोड़न वाले, दीन दुनिया दे पातशाह, दसां पातशाहियां अते प्रमाणिक भगतां दे जोत स्वरूप, राजान राज पानान पान, देवान देव उपमा महान, तकते हकीकत सुभाए मान। धन धन श्री गुरु ग्रंथ साहिब पातशाह जी दी पावन पवित्र हजूरी अंदर सज बैठे सतसंगी जनों, वड्डियां भागां वाले हाँ। अज मसीहा दे दिहाड़े नूं मुख रखदियां होइयां अते कल नूं धन धन श्री गुरु अंगद देव पातशाह जी दा, दूसरे सतगुरां जी दा प्रकाश दिहाड़ा है। भगत धन्ना जी दा जन्म दिहाड़ा है। धन श्री गुरु अंगद देव जी महाराज दूसरे सतगुरु
ਅਤੇ ਮਹਾਨ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਰਲ ਮਿਲ ਕੇ ਅੱਜ ਮੱਸਿਆ ਵਾਲੇ ਦਿਹਾੜੇ ਸਤਿਗੁਰਾਂ ਜੀ ਦੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਅੱਜ ਜੋ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਵੱਡੇ ਸਰਦਾਰ ਹਰਪ੍ਰੀਤ ਸਿੰਘ ਜੀ ਬਲੋਲੀ, ਸਰਦਾਰ ਉਪਕਾਰ ਸਿੰਘ ਜੀ ਸਮੂਹ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਰਲ ਮਿਲ ਕੇ ਜੋ ਪ੍ਰੋਗਰਾਮ ਨੇ ਇਹ ਉਲੀਕੇ ਹਨ। ਸੋ ਆਓ ਅੱਜ ਆਪ ਜੀ ਦੇ ਨਾਲ ਦੂਸਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਸੰਬੰਧੀ, ਸਤਿਗੁਰੂ ਜੀ ਦੇ ਜਨਮ ਸੰਬੰਧੀ, ਜੀਵਨ ਸੰਬੰਧੀ, ਉਹਨਾਂ ਦੀ ਬਾਣੀ ਸੰਬੰਧੀ ਆਪਾਂ ਗੁਰਮਤਿ ਵਿਚਾਰਾਂ ਦੇ ਨਾਲ ਰਹਿੰਦੇ ਸਮੇਂ ਦੇ ਵਿੱਚ ਰਹਿ ਕੇ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਵਡਭਾਗੀ ਹੋ ਆਪ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਇਸ ਪਾਵਨ ਪਵਿੱਤਰ ਅਸਥਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਰਹੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬਚਨ ਨੇ, ਉਹ ਬਾਣੀ ਵਿੱਚ ਆਪਣੀ ਲਿਖਦੇ ਨੇ ਵਾਰਾਂ ਦੇ ਅੰਦਰ, ਉਹਨਾਂ ਦੀ 26ਵੀਂ ਵਾਰ ਦੀ ਜਿਹੜੀ ਤੀਜੀ ਪੌੜੀ ਹੈ ਉਹ ਜ਼ਿਕਰ ਕਰਦੇ ਨੇ ਕਿ ਮਾਨਸ ਜਨਮ ਦੁਲੰਭ ਸਫਲ ਜਨਮ ਗੁਰ ਪੂਰਾ ਪਾਇਆ। ਇਹ ਮਨੁੱਖਾ ਜੀਵਨ ਜਨਮ ਬੜਾ ਹੀ ਕੀਮਤੀ ਹੈ, ਪਰ ਇਹ ਕੀਮਤੀ ਹੋਰ ਤਾਂ ਹੈ ਜੇ ਇਸ ਜੀਵਨ ਦੇ ਅੰਦਰ ਜੇ ਸੱਚਾ ਗੁਰੂ ਪ੍ਰਾਪਤ ਹੋ ਜਾਵੇ। ਸਫਲ ਜਨਮ ਗੁਰ ਪੂਰਾ ਪਾਇਆ, ਜੇ ਪੂਰਾ ਗੁਰੂ ਜੀਵਨ ਵਿੱਚ ਪ੍ਰਾਪਤ ਹੋ ਜਾਏ, ਕੋਈ ਗੁਰੂ ਵਾਲਾ ਬਣ ਜਾਏ। ਮੈਂ ਸੌਖੇ ਸ਼ਬਦਾਂ ਦੇ ਵਿੱਚ ਕਹਿ ਦਿਆਂ ਕਿ ਜੇ ਕੋਈ ਗੁਰੂ ਵਾਲਾ ਬਣ ਜਾਏ, ਸੱਚਾ ਗੁਰੂ ਜਿਸ ਨੂੰ ਜੀਵਨ ਵਿੱਚ ਮਿਲ ਜਾਏ, ਸਾਧ ਸੰਗਤ ਮਿਲ ਸਹਿਜ ਸਮਾਇਆ ਅਤੇ ਸਤ ਸੰਗਤ ਦੇ ਵਿੱਚ ਮਿਲ ਕੇ ਉਹ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲਏ, ਤਾਂ ਇਹ ਮਨੁੱਖਾ ਜੀਵਨ ਦਾ ਜਿਹੜਾ ਲਾਭ ਹੈ, ਵੈਸੇ ਤੇ ਕੀਮਤੀ ਹੈ ਇਹ ਮਨੁੱਖਾ ਜੀਵਨ, ਪਰ ਇਹ ਕੀਮਤੀ ਹੋਰ ਬਣ ਜਾਂਦਾ ਹੈ ਜਦੋਂ ਇਸ ਜੀਵਨ ਵਿੱਚ ਅਸੀਂ ਸੱਚੇ ਗੁਰੂ ਦੀ ਪ੍ਰਾਪਤੀ ਕਰ ਲੈਂਦੇ ਹਾਂ। ਮੈਂ ਸਵਈਆਂ ਦੇ ਵਿੱਚੋਂ ਇੱਕ ਮੰਗਲਾਚਰਨ ਰੂਪ ਦੇ ਅੰਦਰ ਬਚਨ ਵੀ ਆਪ ਜੀ ਨਾਲ ਸਾਂਝਾ ਕੀਤਾ ਕਿ ਗੁਰ ਪ੍ਰਸਾਦ ਪਾਈਐ ਪਰਮਾਰਥ, ਸਾਧ ਸੰਗਤ ਸੇਤੀ ਮਨ ਖਚਨਾ। ਪਹਿਲਾਂ ਮੈਂ ਸ਼ਬਦ ਭਾਈ ਗੁਰਦਾਸ ਦਾ ਸਾਂਝਾ ਕੀਤਾ ਵੀ ਇਹ ਜੀਵਨ ਅਮੋਲਕ ਹੈ, ਪਰ ਅਮੋਲਕ ਹੋਰ ਹੋ ਜਾਂਦਾ ਹੈ ਜਦੋਂ ਪੂਰਾ ਗੁਰੂ ਮਿਲ ਜਾਏ। ਸਫਲ ਜਨਮ ਗੁਰ ਪੂਰਾ ਪਾਇਆ। ਤੇ ਮੈਂ ਅਗਲਾ ਬਚਨ ਸਾਂਝਾ ਕਰ ਰਿਹਾ ਗੁਰਬਾਣੀ ਦੇ ਵਿੱਚੋਂ, ਸਵਈਆਂ ਦੇ ਵਿੱਚੋਂ। ਸਾਹਿਬ ਕਹਿੰਦੇ ਨੇ ਗੁਰ ਪ੍ਰਸਾਦ ਪਾਈਐ ਪਰਮਾਰਥ, ਤੇ ਜਿਹੜਾ ਪਰਮਾਰਥ ਹੈ ਨਾ, ਇਹ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਗੁਰੂ ਦੀ ਕਿਰਪਾ ਸਦਕਾ, ਗੁਰ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਦੇ ਨਾਲ, ਇਹ ਗੁਰੂ ਦੀ ਕਿਰਪਾ ਨਾਲ ਪਰਮਾਰਥ ਪ੍ਰਾਪਤ ਹੁੰਦਾ ਹੈ। ਤੇ ਸਤ ਸੰਗਤ ਸੇਤੀ ਮਨ ਖਚਨਾ, ਤੇ ਸਤ ਸੰਗਤ ਦੇ ਵਿੱਚ ਬੈਠ ਕੇ ਫਿਰ ਮਨ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ। ਜਦੋਂ ਗੁਰੂ ਕਿਰਪਾ ਕਰੇ, ਸਤ ਸੰਗਤ ਵਿੱਚ ਬੈਠ ਕੇ ਮਨ ਵੀ ਜੁੜਦਾ ਹੈ ਤੇ ਪਰਮਾਰਥ ਵੀ ਪ੍ਰਾਪਤ ਹੁੰਦਾ ਹੈ। ਫਿਰ ਸਤਿਗੁਰੂ ਕਹਿੰਦੇ ਕੀਆ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਐ ਪਰਮਾਤਮਾ, ਇਹ ਸਾਰੀ ਤੇਰੀ ਖੇਡ ਹੈ, ਇਹ ਸਾਰੀ ਤੇਰੀ ਰਚਨਾ ਹੈ। ਤੇ ਪੰਜਾਂ ਤੱਤਾਂ ਨੂੰ ਮਿਲਾ ਕੇ ਵੇਖ ਤੂੰ ਕੈਸੀ ਰਚਨਾ ਸੰਸਾਰ ਵਿੱਚ ਰਚੀ ਹੋਈ ਹੈ। ਇਹ ਜੀਵ ਤੂੰ ਪੈਦਾ ਕੀਤੇ ਤੇ ਐ ਅਕਾਲ ਪੁਰਖ ਵਾਹਿਗੁਰੂ
ਇਹ ਤੇਰੀ ਸਾਰੀ ਰਚਨਾ ਹੈ। ਕੀਆ ਖੇਲ ਵੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਇਹ ਸਾਰੀ ਰਚਨਾ ਤੇਰੀ ਪੈਦਾ ਕੀਤੀ ਬਣਾਈ ਹੋਈ। ਭਾਈ ਗੁਰਦਾਸ ਜੀ ਦਾ ਇੱਕ ਕਵਿਤ ਵੀ ਮੈਂ ਕਹਿ ਕੇ ਆਪਣੇ ਵਿਸ਼ੇ ਨੂੰ ਆਰੰਭ ਕਰਾਂ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਨਹਿਰ ਕੰਨਿਆ, जैसे नहर कुआर कन्या लाडली कै मानियत बेहाए, ससुरार जाए गुणन कै मानिए, वणज व्यापार लग जात है विदेश प्राणी, कही है सपूत लाभ लबत कै आनी है। ਭਾਈ ਗੁਰਦਾਸ ਜੀ ਕਹਿੰਦੇ, ਜਿਵੇਂ ਕੁਆਰੀ ਕੰਨਿਆ ਧੀ ਹੋਵੇ ਨਾ ਸਾਡੇ ਘਰ ਵਿੱਚ, ਬੜੀ ਲਾਡਲੀ ਕਰਕੇ ਮੰਨੀ ਜਾਂਦੀ ਹੈ, ਬੜਾ ਪਿਆਰ ਕਰਦੇ ਸਾਰੇ ਧੀ ਨੂੰ, ਕੰਨਿਆ ਨੂੰ। ਪਰ ਜਦੋਂ ਉਹ ਵਿਆਹੀ ਜਾਂਦੀ ਹੈ, ਉਹ ਸਹੁਰੇ ਘਰ ਚਲੀ ਜਾਵੇ ਤੇ ਉਹ ਸਹੁਰੇ ਘਰ ਜਾ ਕੇ ਆਪਣੇ ਗੁਣਾਂ ਦੇ ਕਰਕੇ ਮਾਣ ਪ੍ਰਾਪਤ ਕਰਦੀ ਹੈ। ਜੇ ਉਸ ਵਿੱਚ ਗੁਣ ਹੋਣਗੇ, ਪੇਕੇ ਘਰ ਚਾਹ ਦਾ ਕੱਪ ਦਾ ਉਹ ਗਲਾਸ, ਉਹ ਕੱਪ ਵੀ ਗਿਰ ਗਿਆ ਤੇ ਮਾਂ ਨੇ ਪਰਦਾ ਪਾ ਦੇਣਾ, ਆਖਣਾ ਕੋਈ ਗੱਲ ਨਹੀਂ ਪੁੱਤ ਧੀਏ, ਕੋਈ ਗੱਲ ਨਹੀਂ। ਪਰ ਜੇ ਸਹੁਰੇ ਘਰ ਇੰਜ ਹੋਇਆ, ਉੱਥੇ ਤੇ ਕੇਵਲ ਕਹਿੰਦੇ ਗੁਣਾਂ ਦੇ ਕਰਕੇ ਮਾਨਤਾ ਮਿਲਣੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਕਹਿੰਦੇ, ਕੋਈ ਬੱਚਾ ਆਪਣੀ ਪੜ੍ਹਾਈ ਲਈ, ਮਿਹਨਤ ਲਈ, ਤਰੱਕੀ ਲਈ ਉਹ ਵਿਦੇਸ਼ਾਂ ਦੇ ਵਿੱਚ ਜਾਏ, ਪਰ ਜੇ ਉੱਥੇ ਜਾ ਕੇ ਉਹ ਉਸੇ ਤਰ੍ਹਾਂ ਦੇ ਕੰਮ ਕਰੇ ਜਿਹੜਾ ਉਹ ਇੱਥੇ ਇੰਡੀਆ ਦੇ ਵਿੱਚ ਕਰਦਾ ਸੀ ਆਪਣੇ ਦੇਸ਼ ਅੰਦਰ, ਤੇ ਫਿਰ ਕਈ ਵਾਰ ਤੇ ਮਾਤਾ ਪਿਤਾ ਨੂੰ ਪੈਸੇ ਲਾ ਕੇ ਬੱਚਿਆਂ ਨੂੰ ਫਿਰ ਵਾਪਸ ਬੁਲਾਉਣਾ ਪੈਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਇਹ ਕੋਈ ਸਿਆਣੀ ਗੱਲ ਨਾ ਹੋਈ। ਵਣਜ ਵਪਾਰ ਲਗ ਜਾਤ ਹੈ ਵਿਦੇਸ਼ ਪੁਰਾਨੀ, ਕਹੀ ਹੈ ਸਪੂਤ ਲਾਭ ਲਬਤ ਕਹਿ ਆਣੀ ਹੈ। ਉਹਨੂੰ ਸੁਪੁੱਤਰ ਤਾਂ ਕਿਹਾ ਜਾ ਸਕਦਾ ਹੈ ਜੇ ਉਹ ਬੱਚਾ ਆਪਣੀ ਮਿਹਨਤ ਕਰਕੇ, ਚੰਗੇ ਕੰਮ ਕਰਕੇ, ਚੰਗੀ ਪੜ੍ਹਾਈ ਕਰਕੇ ਉਹ ਉੱਥੇ ਕੰਮ ਕਰੇ, ਕੰਮ ਕਰਕੇ ਫਿਰ ਮਾਣ ਖੱਟ ਕੇ, ਇੱਜ਼ਤ ਖੱਟ ਕੇ, ਪੈਸਾ ਕਮਾ ਕੇ ਆਪਣੇ ਘਰ ਲਿਆਵੇ। ਉਹਨੂੰ ਕਿਹਾ ਜਾਂਦਾ ਵੀ ਸੁਪੁੱਤਰ ਵਾਲਾ ਇਹਨੇ ਕੰਮ ਕੀਤਾ ਹੈ, ਇਹਨੇ ਚੰਗੇ ਬੱਚਿਆਂ ਵਾਲਾ ਕੰਮ ਕੀਤਾ ਹੈ। ਭਾਈ ਗੁਰਦਾਸ ਜੀ ਤੀਜੀ ਉਦਾਹਰਣ ਦਿੰਦੇ, ਕਹਿੰਦੇ ਕੋਈ ਆਦਮੀ ਦੁਸ਼ਮਣ ਦੀ ਫੌਜ ਵਿੱਚ ਜਾਏ, ਉੱਥੇ ਜਾ ਕੇ ਜੇ ਜਿੱਤ ਕੇ ਵਾਪਸ ਆਏ ਤਾਂ ਸੂਰਮਾ ਆਖਿਆ ਜਾਂਦਾ। ਜੀਤ ਆਵੇ ਸੋਈ ਸੂਰੋ ਸੁਭਟ ਵਖਾਣੀ ਹੈ, ਉਹਨੂੰ ਸੂਰਮਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਐ। ਐ ਦੁਨੀਆ ਦੇ ਲੋਕੋ, ਜੇ ਇਹ ਮਨੁੱਖਾ ਜੀਵਨ ਪ੍ਰਾਪਤ ਕਰਕੇ ਚਰਨ ਸ਼ਰਨ ਗੁਰ, ਜੇ ਗੁਰੂ ਦੀ ਚਰਨ ਸ਼ਰਨ ਲਵਾਂਗੇ ਨਾ, ਗੁਰੂ ਦੀ ਚਰਨ ਤੇ ਸ਼ਰਨ ਨੂੰ ਪ੍ਰਾਪਤ ਕਰਾਂਗੇ ਤੇ ਸੱਚ ਜਾਣਿਓ, ਫਿਰ ਐਸਾ ਮੁਖ ਉਜਲ ਹੋਵੇਗਾ। ਉਸ ਮਾਲਕ ਦੇ ਦਰਬਾਰ ਵਿੱਚ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਮੈਂ ਗਰੰਟੀ ਲੈਂਦਾ ਤੈਨੂੰ ਕੋਈ ਰੇ ਨਹੀਂ ਕਰੇਗਾ। ਫਿਰ ਪਾਤਸ਼ਾਹ ਕਹਿੰਦੇ, ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸਭ ਦੇਵ। ਉੱਥੇ ਵੀ ਸਾਰੇ ਤੇਰੀ ਇੱਜ਼ਤ ਕਰਨਗੇ। ਬੜੇ ਵੱਡੇ ਭਾਗਾਂ ਵਾਲੇ ਹਾਂ ਗੁਰਸਿੱਖੋ, ਸਤਿਗੁਰੂ ਜੀ ਦੇ ਚਰਨਾਂ ਵਿੱਚ, ਮੁਬਾਰਕ ਚਰਨਾਂ ਵਿੱਚ ਆਪਣੇ ਕੰਮਾਂ ਨੂੰ ਸੰਕੋਚ ਕੇ, ਭਾਵੇਂ ਸੀਜ਼ਨ ਦਾ ਸਮਾਂ ਹੈ, ਆਪ ਸਾਰੇ ਜ਼ਿਮੀਂਦਾਰ ਹੋ, ਸੀਜ਼ਨ ਦੇ ਸਮੇਂ ਵਿੱਚ ਵੀ ਆਪ ਸਾਰੀਆਂ ਸੰਗਤਾਂ ਆਪਣੇ ਕੰਮਾਂ ਨੂੰ ਸੰਕੋਚ ਕੇ, ਘਰ ਦੇ ਕੰਮਾਂ ਨੂੰ ਸੰਕੋਚ ਕੇ ਸਤਿਗੁਰੂ ਜੀ ਦੇ ਦਰ ਤੇ ਇਸ ਪਾਵਨ ਇਤਿਹਾਸਿਕ ਸਥਾਨ ਦੇ ਉੱਪਰ ਆਪ ਨਗਰਾਂ ਚੋਂ, ਇਲਾਕੇ ਨਿਵਾਸੀ ਸੰਗਤਾਂ ਇਸ ਸਥਾਨ ਦੀ ਹਾਜ਼ਰੀ ਭਰਨ ਵਾਸਤੇ ਅੱਜ ਪਹੁੰਚੇ ਹੋ। ਜਿਤਨੇ ਵੀ ਸਰੀਰ ਆਪ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਬੈਠੇ ਹੋ, ਦਿਓ ਪਿਆਰ ਦਾ ਸਬੂਤ, ਲਵਾਓ ਹਾਜ਼ਰੀਆਂ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੀ ਹੀ ਸੰਗਤ ਦੋਵੇਂ ਹੱਥ ਜੋੜ ਕੇ
ਕਲਗੀਧਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾ ਸ਼ਾਹੇ ਸ਼ਹਿਨशाह ਅੰਮ੍ਰਿਤ ਕੇ ਦਾਤੇ ਦੁਸ਼ਟ ਦਮਨ ਆਪੇ ਗੁਰੂ ਚੇਲਾ। ਸਤਿਗੁਰੂ ਕਲਗੀਆਂ ਵਾਲੇ ਪ੍ਰੀਤਮ ਜੀ ਦੇ ਵੱਲੋਂ ਬਖਸ਼ੀ ਫਤਿਹ ਦੇ ਨਾਲ ਪਾਉ ਸਾਂਝ ਕਰੋ ਰਸਨਾ ਨੂੰ ਪਵਿੱਤਰ ਕੋਈ ਵੀ ਰਸਨਾ ਵਾਂਝੀ ਨਾ ਰਹੇ ਗੱਜ ਕੇ ਫਤਿਹ ਪ੍ਰਵਾਨ ਕਰੋ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਨੰਦ ਲਾਲ ਜੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਗਜ਼ਲਾਂ ਦੇ ਵਿੱਚੋਂ ਗੁਰੂ ਅੰਗਦ ਪਾਤਸ਼ਾਹ ਜੀ ਦੀ ਉਸਤਤ ਦੇ ਅੰਦਰ ਮੈਂ ਉਹਨਾਂ ਦਾ ਜਿਹੜਾ ਬਚਨ ਹੈ ਫਾਰਸੀ ਅੰਦਰ ਉਹ ਸਾਂਝਾ ਕੀਤਾ ਹੈ ਮੰਗਲਾਚਰਨ ਰੂਪ ਦੇ ਅੰਦਰ ਕਿ ਗੁਰ ਅੰਗਦ ਆ ਮੁਰਸ਼ਿਦੁਲ ਆਲਮੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦੀ ਤਾਰੀਫ ਕਰਦੇ ਨੇ ਤੇ ਮੈਂ ਬੇਨਤੀ ਕਰਾਂ ਗੁਰੂ ਅੰਗਦ ਦੇਵ ਪਾਤਸ਼ਾਹ ਸਿੱਖਾਂ ਦੇ ਦੂਸਰੇ ਗੁਰੂ ਹਨ, ਦੂਸਰੀ ਜੋਤ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ। ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਨਾਮ ਜਿਹੜਾ ਹੈ ਗੁਰੂ ਬਣਨ ਤੋਂ ਪਹਿਲਾਂ ਦਾ ਆਪ ਸਾਰੇ ਇਤਿਹਾਸ ਜਾਣਦੇ ਹੋ, ਪਰ ਅੱਜ ਆਪਾਂ ਸਤਿਗੁਰੂ ਜੀ ਦਾ ਜੋ ਪ੍ਰਕਾਸ਼ ਦਿਹਾੜਾ ਤੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਆਪਾਂ ਮਨਾ ਰਹੇ ਹਾਂ ਤੇ ਮੈਂ ਬੇਨਤੀ ਕਰਾਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਪਹਿਲਾ ਨਾਮ ਹੈ ਭਾਈ ਲਹਿਣਾ, ਜਿਨ੍ਹਾਂ ਦਾ ਜਨਮ ਸਨ 1504 ਈਸਵੀ ਦੇ ਵਿੱਚ ਪਿੰਡ ਮੱਤੇ ਕੀ ਸ਼ਰਾਂ ਭਾਈ ਫੇਰੂ ਮਲ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਹੁੰਦਾ ਹੈ। ਭਾਈ ਫੇਰੂ ਮਲ ਜੀ ਇਹ ਆਪਣੇ ਪਿੰਡ ਦੇ ਅੰਦਰ ਦੁਕਾਨ ਕਰਦੇ ਨੇ ਮੱਤੇ ਕੀ ਸ਼ਰਾਂ ਦੇ ਵਿੱਚ ਤੇ ਫਿਰੋਜ਼ਪੁਰ ਦਾ ਜਿਹੜਾ ਚੌਧਰੀ ਤਖਤ ਮੱਲ ਹੈ ਉਸ ਦਾ ਜਿਹੜਾ ਹਿਸਾਬ ਕਿਤਾਬ ਵੀ ਦੇਖਦੇ ਨੇ ਭਾਈ ਫੇਰੂ ਮਲ ਜੀ, ਮੁਨੀਮ ਦੇ ਤੌਰ ਤੇ ਵੀ ਕੰਮ ਕਰਦੇ ਨੇ। ਸਾਰਾ ਹਿਸਾਬ ਕਿਤਾਬ ਦੇਖਣਾ ਤੇ ਆਪਾਂ ਆਰੰਭ ਤੋਂ ਗੱਲ ਗੁਰਗੱਦੀ ਤੱਕ ਅਖੀਰ ਤੱਕ ਆਪਾਂ ਕਰਨੀ ਹੈ। ਬੜੇ ਪੰਛੀ ਝਾਤ ਅੰਦਰ ਉਹਨਾਂ ਦੇ ਜੀਵਨ ਵਿੱਚ ਸਾਂਝ ਪਾਉਣੀ ਹੈ ਤਾਂ ਕਿ ਇੱਕ ਲੜੀ ਆਪਾਂ ਬਣਾ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦਾ ਤੇ ਸਤਿਗੁਰਾਂ ਜੀ ਦੀ ਬਾਣੀ ਦਾ ਜਿਹੜਾ ਇਤਿਹਾਸ ਹੈ ਆਪਾਂ ਸ਼ਰਵਣ ਕਰ ਸਕੀਏ। ਹੁਣ ਇਹ ਮੱਤੇ ਕੀ ਸ਼ਰਾਂ ਜਿਹੜੀ ਹੈ ਗੁਰਮੁਖੋ ਇਸ ਨੂੰ ਬਾਬਰ ਦੇ ਹਮਲੇ ਵੇਲੇ ਬੜੀ ਉਜਾੜਿਆ ਗਿਆ ਬਹੁਤ ਵਾਰ। ਇਹਨੂੰ ਨਾਂਗੇ ਦੀ ਸ਼ਰਾਂ ਦੇ ਨਾਲ ਵੀ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੋਂ ਇਹ ਪਰਿਵਾਰ ਉੱਠ ਗਿਆ ਤੇ ਇਹ ਪਰਿਵਾਰ ਆਓ ਸਤਿਗੁਰੂ ਜੀ ਦਾ ਮੈਂ ਬੇਨਤੀ ਕਰਾਂ ਸਰੂਪ ਜਾਣ ਲੱਗੇ। ਅੱਛਾ ਜੀ, ਤੇ ਆਪ ਜੀ ਨੇ ਸਤਿਕਾਰ ਵੀ ਕਰਨਾ ਤੇ ਹੁਕਮ ਹੋਇਆ ਹੈ ਆਪਾਂ ਉਸ ਲੜੀ ਨੂੰ ਪਰੋਕੀ ਵੀ ਰੱਖਣਾ ਹੈ। ਇਸ ਮੱਤੇ ਕੀ ਸ਼ਰਾਂ ਨੂੰ ਕਈ ਵਾਰ ਉਜਾੜਿਆ ਗਿਆ ਬਾਬਰ ਦੇ ਹਮਲਿਆਂ ਦੌਰਾਨ ਤੇ ਇਤਿਹਾਸ ਕਹਿੰਦਾ ਹੈ ਭਾਈ ਫੇਰੂ ਮਲ ਜੀ ਆਪਣੇ ਪਰਿਵਾਰ ਦੇ ਨਾਲ ਇਹ ਮੱਤੇ ਕੀ ਸ਼ਰਾਂ ਨੂੰ ਛੱਡ ਕੇ ਪਿੰਡ ਸੰਗਰ ਹੁੰਦਿਆਂ ਹੋਇਆਂ ਇਹ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਇੱਥੇ ਸਤਿਗੁਰਾਂ ਜੀ ਨੇ ਆਪਣਾ ਵਾਸਾ ਕੀਤਾ, ਦੁਕਾਨ ਕੀਤੀ, ਕੰਮ ਕੀਤਾ। ਜੇ ਬਚਪਨ ਦੀ ਗੱਲ ਕਰੀਏ ਤੇ ਭਾਈ ਲਹਿਣਾ ਜੀ ਇਹ ਇਕਲੌਤੇ ਸਨ ਆਪਣੇ ਮਾਤਾ ਪਿਤਾ ਦੇ। ਭਾਈ ਫੇਰੂ ਮਲ ਤੇ ਮਾਤਾ ਦਇਆ ਕੌਰ ਜੀ ਦੇ ਇਕਲੌਤੇ ਪੁੱਤਰ ਨੇ ਭਾਈ ਲਹਿਣਾ ਜੀ। ਬਚਪਨ ਇਹਨਾਂ ਦਾ ਗੱਲ ਕਰੀਏ ਬੜਾ ਪਿਆਰ ਮਾਤਾ ਦਇਆ ਕੌਰ ਜੀ ਕਰਦੇ
ਤੇ ਮਾਤਾ ਦਇਆ ਕੌਰ ਰੋਜ਼ ਨਾ ਚੰਗੀਆਂ ਚੰਗੀਆਂ ਜਿਹੜੀਆਂ ਸਾਖੀਆਂ ਨੇ ਉਹ ਸੁਣਾਉਂਦੇ ਨੇ ਭਾਈ ਲਹਿਣਾ ਜੀ ਨੂੰ ਬਚਪਨ ਦੇ ਵਿੱਚ, ਚੰਗੀ ਸਿੱਖਿਆ ਦਿੰਦੇ ਨੇ। ਕਿਉਂਕਿ ਗੁਰਮੁਖੋ ਬਚਪਨ ਇੱਕ ਐਸਾ ਹੈ, ਜੇ ਬਚਪਨ ਵਿੱਚ ਆਪਾਂ ਗੱਲ ਕਰੀਏ ਤੇ ਬਚਪਨ ਵਿੱਚ ਹੀ ਬੱਚੇ ਨੂੰ ਚੰਗੀ ਸਿੱਖਿਆ ਦੇ ਦਈਏ ਤੇ ਵੱਡੇ ਹੋ ਕੇ ਆਪਾਂ ਨੂੰ ਉਹਨਾਂ ਵੱਲ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਸਾਡੇ ਸਤਿਕਾਰਯੋਗ, ਮੈਂ ਪ੍ਰਸ਼ੰਸਾ ਨਹੀਂ, ਮੈਨੂੰ ਗੱਲ ਬੜੀ ਚੰਗੀ ਲੱਗੀ ਮਹਾਰਾਜ ਦੀ ਹਜ਼ੂਰੀ 'ਚ ਮੈਂ ਬਚਨ ਕਰਾਂ। ਪਿੱਛੇ ਵਿਸਾਖੀ ਤੇ ਸਾਡੇ ਭਾਈ ਸਾਹਿਬ ਨੇ ਹਰਪ੍ਰੀਤ ਸਿੰਘ ਜੀ ਬਲੋਲੀ, ਉਹਨਾਂ ਨੇ ਬਚਨ ਬੜਾ ਸੋਹਣਾ ਕਿਹਾ। ਮੈਂ ਯਮੁਨਾ ਨਗਰ ਜਾ ਕੇ ਵੀ ਉਹ ਬਚਨ ਸੰਗਤ ਨਾਲ ਸਾਂਝਾ ਕੀਤਾ ਵੀ ਜੇ ਬੱਚਿਆਂ ਨੂੰ ਆਪਾਂ 15 ਸਾਲ ਤੱਕ ਸਾਂਭ ਲਈਏ, ਬਸ 14-15 ਸਾਲ ਤੱਕ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਨਾਲ ਐਸਾ ਉਹਨਾਂ ਦੀ ਗੁੜਤੀ ਭਰਦੀ ਉਹਨਾਂ ਦੇ ਅੰਦਰ, ਫਿਰ ਸਾਨੂੰ ਵੇਖਣ ਦੀ ਲੋੜ ਨਹੀਂ, ਉਹ ਫਿਰ ਗੁਰੂ ਨਾਲ ਆਪਣੇ ਆਪ ਜੁੜ ਜਾਣਗੇ। ਇਸੇ ਤਰ੍ਹਾਂ ਮਾਤਾ ਦਇਆ ਕੌਰ ਜੀ ਨੇ, ਮਾਤਾ ਦਇਆ ਜੀ ਨੇ ਨਾ ਸਤਿਗੁਰਾਂ ਦੀ ਭਾਈ ਲਹਿਣਾ ਜੀ ਨੂੰ ਬੜੀ ਸਿੱਖਿਆ ਦੇਣੀ। ਆਓ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਸਰੂਪ ਜਾ ਰਹੇ ਨੇ, ਮਾਤਾ ਦਇਆ ਜੀ ਨੇ ਬਚਪਨ ਵਿੱਚ ਸਾਖੀਆਂ ਸੁਣਾਉਣੀਆਂ ਰੋਜ਼ ਭਾਈ ਲਹਿਣਾ ਜੀ ਨੂੰ, ਚੰਗੀਆਂ ਚੰਗੀਆਂ ਸਾਖੀਆਂ, ਬੜਾ ਪਿਆਰ ਕਰਨਾ। ਭਾਈ ਫੇਰੂ ਮੱਲ ਜੀ ਇਹ ਫਾਰਸੀ ਦੇ ਬੜੇ ਵਿਦਵਾਨ ਸਨ, ਭਾਈ ਲਹਿਣਾ ਜੀ ਦੇ ਪਿਤਾ ਜੀ, ਕਿਉਂਕਿ ਉਸ ਸਮੇਂ ਫਾਰਸੀ ਆਮ ਭਾਸ਼ਾ ਸੀ ਤੇ ਫਾਰਸੀ ਦੇ ਬੜੇ ਵਿਦਵਾਨ ਸਨ ਤੇ ਆਪ ਫਾਰਸੀ ਦੀ ਵੀ ਸਿੱਖਿਆ ਦਿੱਤੀ ਤੇ ਚੰਗੀ ਪੜ੍ਹਾਈ ਦਾ ਪ੍ਰਬੰਧ ਕੀਤਾ ਭਾਈ ਲਹਿਣਾ ਜੀ ਦੇ ਵਾਸਤੇ, ਆਪਣੇ ਬੱਚੇ ਵਾਸਤੇ। ਮੈਂ ਬਚਪਨ ਦੀ ਗੱਲ ਕਰ ਰਿਹਾ। ਚੰਗੀ ਪੜ੍ਹਾਈ ਦਾ ਇੰਤਜ਼ਾਮ ਕੀਤਾ ਵੀ ਸਾਡਾ ਬੱਚਾ ਚੰਗਾ ਪੜ੍ਹੇ, ਫਾਰਸੀ ਵਾਸਤੇ ਫਿਰ ਪੰਜਾਬੀ ਵੀ, ਕਹਿੰਦੇ ਚੰਗੀ ਉਹਨਾਂ ਨੂੰ ਵਿਦਿਆ ਦਿੱਤੀ, ਵਿਦਿਆ ਦਾ ਦਾਨ ਮਿਲਿਆ ਭਾਈ ਲਹਿਣਾ ਜੀ ਨੂੰ। ਸਮਾਂ ਬੀਤਦਾ ਗਿਆ, ਭਾਈ ਲਹਿਣਾ ਜੀ ਜਵਾਨ ਹੋ ਗਏ। ਜਿਵੇਂ ਜਿਵੇਂ ਉਮਰ ਵੱਧਦੀ ਹੈ ਤੇ ਭਾਈ ਲਹਿਣਾ ਜੀ ਜਿਹੜੇ ਨੇ ਗੁਰਮੁਖੋ, ਉਹਨਾਂ ਦਾ ਜੀਵਨ ਐਸਾ ਹੈ ਜਿਵੇਂ ਆਮ ਸਤਿਗੁਰਾਂ ਦਾ ਸੀ ਵੀ ਸਾਰਿਆਂ ਦੀ, ਰੱਬ ਦੇ ਪਿਆਰਿਆਂ ਦੀ, ਫਕੀਰਾਂ ਦੀ, ਲੋੜਵੰਦਾਂ ਦੀ ਮਦਦ ਕਰਨੀ। ਇੱਥੇ ਭਾਈ ਲਹਿਣਾ ਜੀ ਦੇ ਪਿਤਾ ਫੇਰੂ ਮੱਲ ਤੇ ਮਾਤਾ ਦਇਆ ਜੀ ਨੂੰ ਉਹ ਗੱਲਾਂ ਬੜੀਆਂ ਚੰਗੀ ਲੱਗਦੀਆਂ ਵੀ ਸਾਡਾ ਬੱਚਾ ਬੜਾ ਧਾਰਮਿਕ ਹੈ, ਇਹ ਚੰਗੇ ਕੰਮ ਕਰਦਾ ਹੈ। ਥੋੜੇ ਜਿਹੇ ਗੱਭਰੂ ਹੋਏ ਤੇ ਭਾਈ ਲਹਿਣਾ ਜੀ ਨੇ ਆਪਣੀ ਪਿਤਾ ਦੇ ਨਾਲ ਦੁਕਾਨ ਤੇ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ ਵੀ ਆਪਣੇ ਪਿਤਾ ਜੀ ਦੇ ਨਾਲ ਮੈਂ ਕੰਮ ਕਰਾਵਾਂ। ਸਮਾਂ ਬੀਤਦਾ ਗਿਆ, ਗੱਭਰੂ ਹੋ ਗਏ ਸਨ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਾਦੀ ਦਾ ਸਮਾਂ ਆਇਆ, ਖਡੂਰ ਸਾਹਿਬ ਦੀ ਧਰਤੀ ਤੇ ਹੀ ਮਾਤਾ ਵਿਰਾਈ ਜੀ ਰਹਿੰਦੇ ਸਨ, ਜਿਨ੍ਹਾਂ ਨੂੰ ਸਤਿਗੁਰੂ ਭੂਆ ਜੀ ਕਹਿੰਦੇ ਸਨ ਬੜੇ ਸਤਿਕਾਰ ਦੇ ਨਾਲ। ਪਹਿਲਾਂ ਇਹਨਾਂ ਨੂੰ ਸਤ ਭਰਾਈ, ਫਿਰ ਸਭਰਾਈ ਤੇ ਫਿਰ ਵਿਰਾਈ ਕਰਕੇ ਇਹਨਾਂ ਦਾ ਨਾਮ ਮਸ਼ਹੂਰ ਹੋ ਗਿਆ। ਸਤ ਭਰਾਈ ਕਿਉਂ ਕਹਿੰਦੇ ਸਨ? ਕਿਉਂਕਿ ਇਹ ਜੋ ਚੌਧਰੀ ਤਖਤ ਮਲ ਸੀ ਮੱਤੇ ਕੀ ਸਰਾਂ ਤੋਂ, ਮੱਤੇ ਕੀ ਸਰਾਂ ਦੀ ਇਹ ਭੈਣ ਸੀ ਚੌਧਰੀ ਤਖਤ ਮਲ ਦੀ। ਇਹ 7 ਭਰਾ ਸਨ, 7 ਭਰਾਵਾਂ ਦੀ ਇਕਲੌਤੀ ਭੈਣ ਸੀ ਇਹ, ਤੇ ਇਹਨਾਂ ਨੂੰ ਇਸ ਕਰਕੇ 7 ਭਰਾਈ ਕਿਹਾ ਜਾਂਦਾ ਸੀ। 7 ਵੀਰਾਂ ਦੀ ਇਕੱਲੀ ਭੈਣ ਸੀ। ਤੇ ਗੁਰਮੁਖੋ ਇਹ ਮੱਤੇ ਕੀ ਸਰਾਂ ਦੇ ਵਿੱਚ ਚੌਧਰੀ ਤਖਤ ਮਲ ਦੀ ਭੈਣ ਤੇ ਇਤਿਹਾਸ ਕਹਿੰਦਾ ਚੌਧਰੀ ਤਖਤ ਮਲ ਦੇ ਕੋਲ ਭਾਈ ਫੇਰੂ ਮਲ ਜੀ ਮੁਨੀਮ ਦਾ ਕੰਮ ਕਰਦੇ, ਘਰ ਵਿੱਚ ਆਣਾ ਜਾਣਾ ਲੱਗਿਆ ਰਹਿੰਦਾ। ਇਸ ਕਰਕੇ ਮਾਤਾ ਵਿਰਾਈ ਜੀ ਇਹਨਾਂ ਨੂੰ ਆਪਣੇ ਭਰਾ ਮੰਨਦੇ ਸਨ। ਇਸ ਕਰਕੇ ਸਤਿਗੁਰੂ ਜੀ ਭਾਈ ਲਹਿਣਾ ਜੀ ਇਹਨਾਂ ਨੂੰ ਭੂਆ ਜੀ ਕਹਿੰਦੇ ਸਨ। ਤੇ ਭੂਆ ਜੀ ਨੇ ਰਿਸ਼ਤਾ ਵੇਖਿਆ, ਬੜਾ ਪਿਆਰ ਸੀ ਭਾਈ ਲਹਿਣੇ ਜੀ ਦਾ। ਖੇਡਣਾ ਵੀ ਘਰ ਆ ਕੇ, ਉੱਥੇ ਗੱਭਰੂ ਹੋਏ, ਬੜਾ ਪਿਆਰ ਕਰਨਾ, ਕਿਉਂਕਿ ਸਾਰਾ ਜੀਵਨ ਵੇਖਿਆ ਸੀ ਭਾਈ ਲਹਿਣੇ ਦਾ ਵੀ ਬੱਚਾ ਬੜਾ ਯੋਗ ਹੈ। ਤੇ ਯੋਗ ਵੇਖ ਕੇ ਭਾਈ ਲਹਿਣਾ ਜੀ ਦਾ ਰਿਸ਼ਤਾ ਵੇਖਿਆ। ਨਾਲ ਦਾ ਸੰਗਰ ਪਿੰਡ ਸੀ, ਉੱਥੋਂ ਦਾ ਰੱਜਿਆ ਪੁਜਿਆ ਪਰਿਵਾਰ ਹੈ, ਉੱਥੋਂ ਦਾ ਦੇਵੀ ਚੰਦ ਮਰਵਾ ਖੱਤਰੀ, ਉਸ ਦੀ ਧੀ ਹੈ ਜਿਹਦਾ ਨਾਮ ਹੈ ਬੀਬੀ ਖੀਵੀ ਜੀ।
ਬੀਬੀ ਖੀਵੀ ਜੀ ਜਿਹੜੇ ਬੜੇ ਹੀ ਯੋਗ ਸੰਤੋਖ ਵਾਲੇ, ਬੜੇ ਨੇਕ ਮਿੱਠੇ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਨੂੰ ਆਪਾਂ ਮਾਤਾ ਖੀਵੀ ਜੀ ਕਰਕੇ ਕਹਿੰਦੇ ਆ। ਪਿਆਰਿਓ, ਮਾਤਾ ਖੀਵੀ ਜੀ ਦੇ ਨਾਲ ਭਾਈ ਲਹਿਣਾ ਜੀ ਦੀ ਜਿਹੜੀ ਸ਼ਾਦੀ ਹੋ ਗਈ, ਸਮਾਂ ਬੀਤਿਆ, ਸਤਿਗੁਰੂ ਦੇ ਘਰ ਸੰਤਾਨ ਪੈਦਾ ਹੋਈ। ਸਭ ਤੋਂ ਪਹਿਲਾਂ ਪੁੱਤਰ ਪੈਦਾ ਹੋਏ 1524 ਦੇ ਵਿੱਚ ਸਤਿਗੁਰੂ ਜੀ ਦੇ ਘਰ 4 ਸਾਲਾਂ ਬਾਅਦ 1520 ਦੇ ਵਿੱਚ ਸ਼ਾਦੀ ਹੋਈ। 1524 ਵਿੱਚ ਜਿਹੜੇ ਸਭ ਤੋਂ ਪਹਿਲਾਂ ਪੁੱਤਰ ਪੈਦਾ ਹੋਏ, 4 ਸੰਤਾਨ ਪੈਦਾ ਹੋਈ, 2 ਪੁੱਤਰ ਤੇ 2 ਧੀਆਂ। ਸਭ ਤੋਂ ਪਹਿਲਾਂ ਪੈਦਾ ਹੋਏ ਭਾਈ ਦਾਸੂ ਜੀ ਪਿਆਰੇ 1524 ਦੇ ਵਿੱਚ। ਫਿਰ 1526 ਦੇ ਵਿੱਚ ਬੀਬੀ ਅਮਰੋ ਜੀ ਪੈਦਾ ਹੋਏ। ਉਸ ਤੋਂ ਬਾਅਦ 1535 ਦੇ ਵਿੱਚ ਉਹਨਾਂ ਦੇ ਘਰ ਭਾਈ ਦਾਤੂ ਜੀ ਪੈਦਾ ਹੋਏ ਤੇ 1537 ਦੇ ਵਿੱਚ ਫਿਰ ਜਿਹੜੀ ਹੈ ਬੀਬੀ ਅਨੋਖੀ ਜੀ ਇਹ ਪੈਦਾ ਹੋਏ। 4 ਸੰਤਾਨ ਸਨ ਸਤਿਗੁਰਾਂ ਜੀ ਦੀ, ਭਾਈ ਲਹਿਣਾ ਜੀ ਦੀ 2 ਪੁੱਤਰ ਤੇ 2 ਧੀਆਂ। ਗੁਰਮੁਖੋ, ਅਗਲੇ ਆਪਾਂ ਜੀਵਨ ਦੀ ਗੱਲ ਕਰੀਏ। ਸਤਿਗੁਰੂ ਜੀ ਦਾ ਜਿਹੜਾ ਜੀਵਨ ਹੈ ਭਾਈ ਲਹਿਣਾ ਜੀ ਦਾ, ਹੁਣ ਪਿਤਾ ਫੇਰੂ ਮਲ ਜੀ ਜਿਹੜੇ ਸਨ, ਇਹ ਜਵਾਲਾਮੁਖੀ ਜਿਹੜਾ ਹੈ ਇਹ ਹਰ ਸਾਲ ਜਾਂਦੇ ਸਨ ਦੇਵੀ ਦੇ ਦਰਸ਼ਨਾਂ ਵਾਸਤੇ, ਕਿਉਂਕਿ ਉਸ ਸਮੇਂ ਦੇਵੀ ਦੇ ਉਪਾਸਕ ਸਨ। ਗੁਰੂ ਬਣਨ ਤੋਂ ਪਹਿਲਾਂ ਇਹ ਸਾਰਾ ਪਰਿਵਾਰ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਜਾਣਾ। ਭਾਈ ਲਹਿਣਾ ਜੀ ਨੇ, ਪਿਤਾ ਜੀ ਨੇ ਸਨ 1526 ਦੇ ਵਿੱਚ, ਮੈਂ ਬੇਨਤੀ ਕਰਾਂ, ਜਦੋਂ ਬੀਬੀ ਅਮਰੋ ਜੀ ਦਾ ਜਨਮ ਅਜੇ ਹੋਇਆ ਸੀ ਤੇ 1526 ਦੇ ਵਿੱਚ ਹੀ ਭਾਈ ਫੇਰੂ ਮਲ ਜੀ ਜਿਹੜੇ ਨੇ ਇਹ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ ਤੇ ਇਸ ਦਾ ਅਸਰ ਪਰਿਵਾਰ ਤੇ ਬੱਚਿਆਂ ਤੇ ਬੜਾ ਹੋਇਆ। ਭਾਈ ਲਹਿਣਾ ਜੀ ਤੇ ਬੜਾ ਹੋਇਆ। ਭਾਈ ਲਹਿਣਾ ਜੀ ਵੀ ਦੇਵੀ ਦੇ ਉਪਾਸਕ ਬਣ ਗਏ ਸਨ। ਹਰ ਸਾਲ ਯਾਤਰਾ ਤੇ ਵੀ ਜਾਂਦੇ, ਪੈਰਾਂ 'ਚ ਘੁੰਗਰੂ, ਸਿਰ ਤੇ ਲਾਲ ਚੁੰਨੀ, ਕਹਿੰਦੇ ਨੇ ਗਲੇ ਦੇ ਵਿੱਚ, ਹੱਥਾਂ ਵਿੱਚ ਛੈਣੇ, ਗਲੇ ਵਿੱਚ ਢੋਲਕੀ ਲੈ ਕੇ ਸਾਰੀ ਸੰਗਤ ਨੂੰ ਜਾਇਆ ਕਰਦੇ ਸਨ ਦੇਵੀ ਦੇ ਦਰਸ਼ਨਾਂ ਵਾਸਤੇ ਜਵਾਲਾਮੁਖੀ। ਤੇ ਗੁਰਮੁਖੋ, ਕਹਿੰਦੇ ਨੇ ਵੇਖੋ ਉਸ ਸਮੇਂ ਜਦੋਂ 1526 ਵਿੱਚ ਪਿਤਾ ਜੀ ਅਕਾਲ ਚਲਾਣਾ ਕਰ ਗਏ ਭਾਈ ਫੇਰੂ ਮਲ ਜੀ, ਜ਼ਿੰਮੇਦਾਰੀ ਸਾਰੀ ਭਾਈ ਲਹਿਣਾ ਜੀ ਤੇ ਆ ਗਈ ਤੇ ਹੁਣ ਪਿਤਾ ਜੀ ਦੇ ਨੇਮ ਨੂੰ ਵੀ ਨਿਭਾਉਣਾ ਹੈ ਹਰ ਸਾਲ ਦਾ। ਹੁਣ ਜ਼ਿੰਮੇਵਾਰੀ ਲੈ ਲਈ ਭਾਈ ਲਹਿਣਾ ਜੀ ਨੇ ਵੀ ਮੈਂ ਹਰ ਸਾਲ ਜਾਇਆ ਕਰਾਂਗਾ। ਗੁਰਮੁਖੋ, ਭਾਈ ਲਹਿਣਾ ਤੇ ਮਾਤਾ ਖੀਵੀ ਜੀ ਸਤਿਗੁਰੂ ਜੀ ਦੇ ਮਹਿਲ ਸੁਪਤਨੀ, ਆਪਾਂ ਮਾਤਾ ਖੀਵੀ ਜੀ ਕਹਿੰਦੇ ਆ ਸਤਿਕਾਰ ਨਾਲ, ਬੜੇ ਪਿਆਰ ਨਾਲ ਇਹਨਾਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ, ਸਾਰਿਆਂ ਦੀ। ਮੈਂ ਬੇਨਤੀ ਕਰਦਿਆਂ ਬੀਬੀ ਅਮਰੋ ਜੀ ਉਹ ਬੱਚੇ ਨੇ ਗੁਰਮੁਖੋ ਜਿਨ੍ਹਾਂ ਦੀ ਜਿਹੜੀ ਸ਼ਾਦੀ ਹੈ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਰਾ ਭਾਈ ਮਾਨਕ ਚੰਦ, ਭਾਈ ਮਾਨਕ ਚੰਦ ਦਾ ਪੁੱਤਰ ਹੈ ਭਾਈ ਜੱਸੂ। ਭਾਈ ਜੱਸੂ ਦੇ ਨਾਲ ਸ਼ਾਦੀ ਹੁੰਦੀ ਹੈ ਤੇ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਬਣਾਉਣ ਵਿੱਚ, ਗੁਰੂ ਦੀ ਭਾਲ ਖਤਮ ਕਰਨ ਵਿੱਚ, ਗੁਰੂ ਨਾਲ, ਗੁਰੂ ਅੰਗਦ ਦੇਵ ਜੀ ਨਾਲ ਮੇਲ ਕਰਾਉਣ ਵਿੱਚ ਬੀਬੀ ਅਮਰੋ ਜੀ ਦਾ ਬੜਾ ਵੱਡਾ ਹੱਥ ਹੈ। ਬੜੀ ਵੱਡੀ ਸੇਵਾ ਹੈ ਬੀਬੀ ਅਮਰੋ ਜੀ ਦੀ। ਰਹੋ ਵਿਚਾਰ, ਇਹ ਪਰਿਵਾਰ ਦਰਸ਼ਨਾਂ ਨੂੰ ਜਾਂਦੇ ਰਹੇ। ਭਾਈ ਲਹਿਣਾ ਜੀ ਹਰ ਸਾਲ, ਕਹਿੰਦੇ 5 ਸਾਲ ਲਗਾਤਾਰ ਇਹ ਨੇਮ ਚੱਲਦਾ ਰਿਹਾ। ਪਰ ਗੁਰਮੁਖੋ, ਜਿਹੜੀ ਅੰਦਰ ਦੀ ਸ਼ਾਂਤੀ ਹੁੰਦੀ ਹੈ ਨਾ, ਉਹ ਸੈਟੀਸਫੈਕਸ਼ਨ, ਉਹ ਭਾਈ ਲਹਿਣਾ ਜੀ ਨੂੰ ਅਜੇ ਤੱਕ ਨਹੀਂ ਮਿਲਿਆ। ਅੰਦਰ ਨੂੰ ਉਹ ਸ਼ਾਂਤੀ ਨਹੀਂ ਮਿਲੀ ਜਿਹੜੀ ਉਹ ਚਾਹੁੰਦੇ ਸਨ, ਸੈਟੀਸਫੈਕਸ਼ਨ ਅੰਦਰ ਦੀ। ਸਮਾਂ ਬੀਤਿਆ, ਕਹਿੰਦੇ ਜਦੋਂ ਅਕਾਲ ਪੁਰਖ ਦੀ ਕਿਰਪਾ ਹੋਵੇ, ਪ੍ਰਮਾਤਮਾ ਦੀ ਰਹਿਮਤ ਹੋਵੇ, ਗੁਰਮੁਖੋ ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗੋਹੋਂ ਬਕੋ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਕਹਿੰਦੇ ਨੇ ਗੁਰਮੁਖੋ, ਅੱਜ ਕਹਿੰਦੇ ਨੇ ਨਗਰ ਦੇ ਵਿੱਚ ਜਗਰਾਤਾ ਰੱਖਿਆ, ਜਗਰਾਤਾ ਚੱਲ ਰਿਹਾ ਸੀ ਦੇਵੀ ਦਾ, ਖਡੂਰ ਪਿੰਡ ਖਡੂਰ ਵਿਖੇ। ਕਹਿੰਦੇ ਦੇਵੀ ਦਾ ਜਗਰਾਤਾ, ਸਾਰੀ ਰਾਤ ਦੇਸੀ ਘਿਓ ਦੀ ਜੋਤ ਜਲਦੀ ਪਈ ਹੈ। ਸਾਰੀ ਰਾਤ ਬੀਤੀ ਜਗਰਾਤੇ ਵਿੱਚ ਭੇਟਾ ਗਾਉਂਦਿਆਂ, ਸਵੇਰ ਦਾ ਸਮਾਂ ਹੋਇਆ। ਕਹਿੰਦੇ ਨੇ ਭਾਈ ਲਹਿਣਾ ਜੀ ਇਹ
ਪਿੰਡ ਦੇ ਤਲਾਬ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਜਦੋਂ ਜਾਂਦੇ ਨੇ ਤੇ ਤਲਾਬ ਦੇ ਕੰਢੇ ਤੇ ਮਿੱਠੀ ਮਿੱਠੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀ ਬਾਣੀ ਵਿੱਚੋਂ ਇੱਕ ਗੁਰੂ ਕਾ ਪਿਆਰਾ ਸਿੱਖ ਭਾਈ ਜੋਧ ਆਸਾ ਕੀ ਵਾਰ ਕੀ ਬਾਣੀ ਦਾ ਇਹ ਪਾਠ ਕਰ ਰਿਹਾ ਹੈ। ਉਸ ਸਮੇਂ ਪੌੜੀ ਪੜ ਰਿਹਾ ਹੈ, ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਬੜੀ ਪਿਆਰੀ ਆਵਾਜ਼ ਵਿੱਚ ਰਸ ਭਿੰਨੀ ਰਸਨਾ ਦੇ ਅੰਦਰ ਭਾਈ ਜੋਧ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਇਹ ਆਸਾ ਕੀ ਵਾਰ ਵਿੱਚੋਂ ਇਹ ਪੌੜੀ ਦਾ ਪਾਠ ਕਰ ਰਹੇ ਸੀ। ਮਿੱਠੀ ਮਿੱਠੀ ਆਵਾਜ਼ ਕੰਨਾਂ ਵਿੱਚ ਪਈ, ਐਸੀ ਖਿੱਚ ਪਈ, ਭਾਈ ਲਹਿਣਾ ਜੀ ਗੁਰਮੁਖੋ ਉਸ ਕੰਡੇ ਵੱਲ ਨੂੰ ਹੋ ਤੁਰੇ ਜਿੱਧਰ ਭਾਈ ਜੋਧ ਜੀ ਉਸ ਬਾਣੀ ਦਾ ਪਾਠ ਕਰ ਰਹੇ ਸੀ। ਇਤਿਹਾਸ ਕਹਿੰਦਾ ਹੈ ਭਾਈ ਜੋਧ ਜੀ ਦੇ ਨੇਤਰ ਬੰਦ ਨੇ ਤੇ ਹੱਥ ਜੋੜ ਕੇ ਗੁਰਬਾਣੀ ਦਾ ਪਾਠ ਉਚਾਰਨ ਕਰ ਰਹੇ ਨੇ। ਜਦੋਂ ਨੇਤਰ ਖੋਲੇ ਭਾਈ ਜੋਧ ਜੀ ਨੇ ਤੇ ਕੀ ਵੇਖਿਆ, ਭਾਈ ਲਹਿਣਾ ਜੀ ਭਾਈ ਜੋਧ ਜੀ ਦੇ ਅੱਗੇ ਬੈਠੇ ਨੇ ਤੇ ਗੁਰਮੁਖੋ ਇੱਕਦਮ ਚਰਨ ਪਕੜ ਲਏ ਭਾਈ ਲਹਿਣਾ ਜੀ ਨੇ। ਭਾਈ ਜੋਧ ਜੀ ਚਰਨ ਫੜ ਕੇ ਨਾ ਪਿਆਰ ਨਾਲ ਕਹਿਣ ਲੱਗੇ, ਭਾਈ ਜੋਧ ਜੀ ਇਹ ਜਿਹੜੀ ਬਾਣੀ ਹੈ ਨਾ ਇੰਨੀ ਮਿੱਠੀ, ਦਿਲ ਨੂੰ ਸ਼ਾਂਤੀ ਦੇਣ ਵਾਲੀ, ਸਕੂਨ ਦੇਣ ਵਾਲੀ, ਇਹ ਬਾਣੀ ਕਿਸ ਦੀ ਹੈ? ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ ਜੋ ਅੱਜ ਤੱਕ ਕਿਤੋਂ ਨਹੀਂ ਮਿਲੀ। ਮੈਂ ਬੜੀ ਯਾਤਰਾਵਾਂ ਕੀਤੀਆਂ, ਬੜੇ ਦਰਸ਼ਨ ਕੀਤੇ, ਪਰ ਮੈਨੂੰ ਕਦੇ ਮਨ ਨੂੰ ਸ਼ਾਂਤੀ ਨਹੀਂ ਮਿਲੀ। ਇਹ ਬਾਣੀ ਕਿਸ ਦੀ ਹੈ? ਤੇ ਭਾਈ ਲਹਿਣੇ ਨੂੰ ਭਾਈ ਜੋਧ ਕਹਿੰਦੇ ਨੇ, ਲਹਿਣਿਆ ਇਹ ਬਾਣੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਜੋ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਸ ਜਗਤ ਜਲੰਦੇ ਨੂੰ ਤਾਰ ਰਹੇ ਨੇ। ਅੱਛਾ, ਮੈਂ ਉਹਨਾਂ ਦੇ ਦਰਸ਼ਨ ਕਰ ਸਕਦਾ? ਭਾਈ ਲਹਿਣੇ ਨੂੰ ਭਾਈ ਜੋਧ ਕਹਿੰਦੇ, ਹਾਂ ਕਰਤਾਰਪੁਰ ਸਾਹਿਬ ਜਾ ਕੇ ਤੂੰ ਉਹਨਾਂ ਦੇ ਦਰਸ਼ਨ ਕਰ ਸਕਦਾ ਹੈ। ਜੇ ਤੂੰ ਦਰਸ਼ਨ ਕਰਨੇ, ਭਾਈ ਲਹਿਣਾ ਜੀ ਨੇ ਗੁਰਮੁਖੋ ਬਸ ਅੰਦਰ ਖਿੱਚ ਬਣ ਗਈ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਹੀ ਕਰਨੇ ਨੇ, ਮੈਂ ਕਿਸੇ ਵੀ ਤਰੀਕੇ ਨਾਲ ਕਰਨੇ ਨੇ। ਬਸ ਉਹ ਸਮਾਂ ਨੇੜੇ ਆ ਗਿਆ ਜਦੋਂ ਜਵਾਲਾ ਮੁਖੀ ਦੇਵੀ ਦੇ ਦਰਸ਼ਨਾਂ ਨੂੰ ਹਰ ਸਾਲ ਜਾਂਦੇ ਸਨ। ਜਦੋਂ ਤਿਆਰੀਆਂ ਕੀਤੀਆਂ, ਜੱਥਾ ਤਿਆਰ ਹੋ ਗਿਆ, ਭਾਈ ਲਹਿਣਾ ਜੀ ਵੀ ਤਿਆਰ ਹੋ ਗਏ, ਪਰ ਗੁਰਮੁਖੋ ਅੱਧ ਅੰਦਰ ਖਿੱਚ ਲੈ ਕੇ ਗਏ ਵੀ ਅੱਜ ਮੈਂ ਉੱਥੇ ਜਦੋਂ ਜਾਣਾ ਤੇ ਕਰਤਾਰਪੁਰ ਸਾਹਿਬ ਜ਼ਰੂਰ ਜਾਣਾ ਤੇ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ, ਐਸੇ ਸਤਿਗੁਰਾਂ ਦੇ ਮੈਂ ਦਰਸ਼ਨ ਕਰਨੇ ਨੇ। ਅੱਜ ਖਿੱਚ ਲੈ ਕੇ, ਪਿਆਰ ਲੈ ਕੇ ਮੈਂ ਬੇਨਤੀ ਕਰਾਂ, ਭਾਈ ਲਹਿਣਾ ਜੀ ਚੱਲੇ, ਅੱਜ ਜਾ ਤੇ ਰਹੇ ਨੇ ਪਰ ਅੰਦਰ ਜੁੜਿਆ ਹੈ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ। ਜਦੋਂ ਕਰਤਾਰਪੁਰ ਸਾਹਿਬ ਲਾਗੇ ਤੋਂ ਲੰਘਣ ਲੱਗੇ, ਜੱਥੇ ਨੂੰ ਕਹਿ ਦਿੱਤਾ ਵੀ ਭਾਈ ਤੁਸੀਂ ਜਾਓ ਅੱਗੇ ਦਰਸ਼ਨਾਂ ਨੂੰ, ਮੈਂ ਇੱਥੇ ਰੁਕਣਾ ਹੈ, ਮੈਂ ਕਰਤਾਰਪੁਰ ਸਾਹਿਬ ਜਾਣਾ ਹੈ, ਮੈਂ ਕਿਸੇ ਦੇ ਦਰਸ਼ਨ ਕਰਨੇ ਨੇ। ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਮੈਨੂੰ ਇੱਕ ਬਚਨ ਬੜਾ ਪਿਆਰਾ ਚੇਤੇ ਆ ਰਿਹਾ, ਤੁਸੀਂ ਸਾਰਿਆਂ ਨੂੰ ਯਾਦ ਵੀ ਹੈ, ਤੁਸੀਂ ਸੁਣਿਆ ਵੀ ਹੈ। ਵੇਖੋ ਜੇ ਭਾਵਨਾ ਹੋਵੇ ਗੁਰੂ ਦੇ ਦਰਸ਼ਨਾਂ ਦੀ ਤੇ ਕਿੱਡੀ ਖੇਡ ਰਚਦੀ ਹੈ ਇਹ ਸੰਸਾਰ, ਇਹ ਕਾਇਨਾਤ। ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਵੇਖੋ ਇਹ ਕਿੱਡਾ ਬਚਨ ਟੁਕਦਾ ਹੈ ਅੱਜ। ਕਿਉਂ? ਅੱਜ ਭਾਈ ਲਹਿਣਾ ਤੁਰਿਆ ਖਿੱਚ ਲੈ ਕੇ, ਮੈਂ ਗੁਰੂ ਨਾਨਕ ਜੀ ਦੇ ਦਰਸ਼ਨ ਕਰਨੇ। ਕਰਤਾਰਪੁਰ ਸਾਹਿਬ ਨੂੰ ਅਜੇ ਹੋਏ ਹੀ ਨੇ, ਘੋੜੇ ਤੇ ਚੜੇ ਹੋਏ, ਘੋੜੀ ਤੇ ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਨ ਗੁਰੂ, ਕਹਿੰਦੇ ਇੱਕ ਚਰਨ ਗੁਰੂ ਦੇ ਵੱਲ ਵਧਾਓ
ਗੁਰੂ ਨੂੰ ਹਜ਼ਾਰਾਂ ਕਰੋੜਾਂ ਕਦਮ ਤੁਹਾਨੂੰ ਲੈਣ ਵਾਸਤੇ ਅੱਗੇ ਆਉਂਦਾ ਹੈ। ਅੱਜ ਦੇ ਚਰਨ ਵਧਾਏ ਨੇ, ਰਸਤੇ ਦਾ ਪਤਾ ਨਹੀਂ ਕਿਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਡੇਰਾ ਹੈ, ਕਿੱਥੇ ਮਹਾਰਾਜ ਰਹਿੰਦੇ ਕੋਈ ਪਤਾ ਨਹੀਂ। ਬਸ ਤੁਰ ਪਏ ਤੇ ਗੁਰਮੁਖੋ ਅੱਗੇ ਜਾ ਕੇ ਬਾਬਾ, ਬਜ਼ੁਰਗ ਬਾਬਾ ਮਿਲਿਆ। ਉਹਨੂੰ ਪੁੱਛਿਆ, ਬਾਬਾ ਮੈਂ ਜਾਣਾ ਹੈ ਨਾਨਕ ਤਪੇ ਦੇ ਦਰਸ਼ਨਾਂ ਵਾਸਤੇ। ਤੇ ਉਹ ਹੋਰ ਕੋਈ ਨਹੀਂ ਗੁਰਮੁਖੋ, ਉਹ ਪਹਿਲੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਨ, ਜਿਨ੍ਹਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਤੇ ਆਪ ਜੁੜ ਬੈਠੇ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਖੁਦ ਸਨ। ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛਦਾ ਹੈ, ਕਿਉਂਕਿ ਵੇਖਿਆ ਨਹੀਂ ਨਾ ਕਦੇ। ਜਿਹਨੂੰ ਆਪਾਂ ਨਾ ਮਿਲੀਏ ਹੋਵੇ ਤੇ ਆਪਾਂ ਕਈ ਵਾਰ ਉਹਨੂੰ ਹੀ ਪੁੱਛ ਬੈਠਦੇ ਆਂ ਵੀ ਫਲਾਣੀ ਜਗ੍ਹਾ ਕਿੱਥੇ ਜਾਣਾ ਹੈ, ਫਲਾਣਾ ਘਰ ਕਿੱਥੇ ਹੈ। ਇਸੇ ਤਰ੍ਹਾਂ ਪੁੱਛ ਬੈਠੇ ਉਹ ਬਜ਼ੁਰਗ ਬਾਬਾ, ਹੋਰ ਕੋਈ ਨਹੀਂ ਗੁਰੂ ਨਾਨਕ ਦੇਵ ਜੀ ਆਪ ਸਨ। ਆਖਿਆ, ਬਾਬਾ ਨਾਨਕ ਤਪੇ ਦੇ ਦਰਸ਼ਨਾਂ ਨੂੰ ਜਾਣਾ ਹੈ, ਕਿੱਥੇ ਹੈ? ਤੇ ਵੇਖੋ ਗੁਰਮੁਖੋ, ਗੁਰੂ ਨਾਨਕ ਦੇਵ ਸਾਹਿਬ ਜੀ ਕੁਝ ਬੋਲੇ ਨਾ। ਆਖਿਆ, ਅੱਛਾ ਨਾਨਕ ਤਪੇ ਦੇ ਦਰਸ਼ਨ ਕਰਨੇ ਨੇ? ਆਖਿਆ, ਹਾਂ ਚਲੋ ਮੈਂ ਤੁਹਾਨੂੰ ਲੈ ਚੱਲਦਾ, ਮੈਂ ਵੀ ਉਸੇ ਥਾਂ ਵੱਲ ਜਾਣਾ ਹੈ। ਆਖਿਆ, ਅੱਛਾ ਠੀਕ ਹੈ। ਆਖਿਆ, ਤੁਸੀਂ ਘੋੜੀ ਤੇ ਚੜੇ ਹੋਏ ਆ ਜਾਓ, ਮੈਂ ਅੱਗੇ ਅੱਗੇ ਤੁਰਦਾ ਤੁਹਾਨੂੰ ਲੈ ਚੱਲਦਾ ਨਾਨਕ ਤਪੇ ਦੇ ਘਰ। ਗੁਰਮੁਖੋ ਸੱਚ ਜਾਣਨਾ, ਮੈਂ ਬੇਨਤੀ ਕਰਾਂ, ਜਿਹੜਾ ਆਪਣਾ ਮਨ ਗੁਰੂ ਨੂੰ ਪਕੜਾ ਦਿੰਦਾ ਹੈ, ਫਿਰ ਗੁਰੂ ਉਸ ਨੂੰ ਪਰਮਾਤਮਾ ਦੇ ਘਰ ਤੱਕ ਲੈ ਜਾਂਦਾ ਹੈ। ਜਿਵੇਂ ਅੱਜ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਭਾਈ ਲਹਿਣੇ ਦੀ ਘੋੜੀ ਨੂੰ ਪਕੜ ਕੇ ਆਪਣੇ ਘਰ ਲੈ ਕੇ ਚੱਲੇ ਨੇ। ਅੱਗੇ ਅੱਗੇ ਗੁਰੂ ਨਾਨਕ ਪਾਤਸ਼ਾਹ ਪੈਦਲ, ਵੇਖੋ ਇਹੋ ਜਿਹਾ ਗੁਰੂ ਕਰਮਾਂ ਨਾਲ ਮਿਲਦਾ ਹੈ। ਦੇਖੋ ਸਿੱਖ ਅਜੇ ਸਿੱਖ ਵੀ ਨਹੀਂ, ਮੈਂ ਬੇਨਤੀ ਕਰਾਂ ਬਸ ਜਗਿਆਸੂ, ਇੱਕ ਜਗਿਆਸੂ ਹੈ ਭਾਈ ਲੈਣਾ। ਅਜੇ ਗੁਰਮੁਖੋ ਘੋੜੀ ਤੇ ਚੜ ਕੇ ਨੇ ਆ ਰਹੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਘੋੜੀ ਨੂੰ ਪਕੜ ਕੇ ਅੱਗੇ ਅੱਗੇ ਚੱਲ ਰਹੇ ਨੇ, ਉੱਥੇ ਲੈ ਕੇ ਜਿੱਥੇ ਡੇਰਾ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪੁਰਖਾ ਜਾਓ ਤੁਸੀਂ ਘੋੜੀ ਬਣ ਕੇ ਮੂੰਹ ਹੱਥ ਧੋ ਆਓ, ਮੈਂ ਅੰਦਰ ਚੱਲਦਾ, ਫਿਰ ਮਿਲਾਂਗੇ ਆਪਾਂ। ਕਹਿਣ ਲੱਗਾ, ਠੀਕ ਹੈ। ਘੋੜੀ ਨੂੰ ਬੰਨਿਆ, ਹੱਥ ਪੈਰ ਧੋਤੇ ਭਾਈ ਲਹਿਣਾ ਜੀ ਨੇ। ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠਦੇ ਹੁੰਦੇ ਸਨ ਸੰਗਤ ਵਿੱਚ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਆ ਕੇ ਬੈਠ ਗਏ, ਸੱਜ ਗਏ। ਭਾਈ ਲਹਿਣੇ ਨੂੰ ਪਤਾ ਨਹੀਂ ਵੀ ਅੱਜ ਮੇਰੇ ਨਾਲ ਕੀ ਹੋਇਆ। ਅੱਜ ਆਏ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਰਸ਼ਨ ਕਰਨੇ ਨੇ, ਪਹਿਲੀ ਵਾਰ ਹੱਥ ਪੈਰ ਮੂੰਹ ਹੱਥ ਧੋ ਕੇ ਆਏ। ਤੇ ਗੁਰਮੁਖੋ ਜਦੋਂ ਆ ਕੇ ਮੱਥਾ ਟੇਕ ਕੇ ਸਿਰ ਉੱਤੇ ਨੂੰ ਕੀਤਾ ਤੇ ਕੀ ਵੇਖਿਆ, ਇਹ ਤੇ ਉਹੀ ਨੇ ਜਿਨ੍ਹਾਂ ਨੂੰ ਮੈਂ ਕਿਹਾ ਸੀ ਬਾਬਾ ਨਾਨਕ ਤਪੇ ਦੇ ਘਰ ਜਾਣਾ ਹੈ। ਬੜੇ ਬੈਰਾਗ ਵਿੱਚ ਆ ਗਿਆ ਭਾਈ ਲਹਿਣਾ। ਗੁਰਮੁਖੋ ਇੰਨੇ ਬੈਰਾਗ ਵਿੱਚ ਆਏ, ਕਹਿਣ ਲੱਗੇ, ਸਤਿਗੁਰੂ ਮੈਨੂੰ ਮਾਫ ਕਰ ਦਿਓ, ਮੈਂ ਸਾਰੇ ਰਸਤੇ ਘੋੜੀ ਤੇ ਚੜ ਕੇ ਆਇਆ, ਤੁਸੀਂ ਪੈਦਲ ਚੱਲ ਕੇ ਆਏ। ਤੇ ਗੁਰਸਿੱਖੋ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਤੂੰ ਮਾਫੀ ਨਾ ਮੰਗ, ਪੁਰਖਾ ਦੱਸ ਤੇਰਾ ਨਾਂ ਕੀ ਹੈ? ਸਤਿਗੁਰੂ ਨੂੰ ਭਾਈ ਲਹਿਣਾ ਕਹਿਣ ਲੱਗਾ, ਸਤਿਗੁਰੂ ਮੇਰਾ ਨਾਮ ਹੈ ਲਹਿਣਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਤੇਰਾ ਨਾਮ ਹੈ ਲਹਿਣਾ, ਤੂੰ ਲੈਣਾ ਹੈ ਸਾਡੇ ਤੋਂ ਤੇ ਅਸਾਂ ਤੇਰਾ ਦੇਣਾ ਹੈ। ਇਹ ਬਚਨ ਆਖਿਆ। ਤੇ ਗੁਰਮੁਖੋ ਆਖਿਆ, ਜਿਹੜੇ ਲੈਣ ਵਾਲੇ ਹੁੰਦੇ ਉਹ ਘੋੜੇ ਤੇ ਚੜ ਕੇ ਆਉਂਦੇ ਨੇ। ਇੰਨਾ ਪਿਆਰ ਦਿੱਤਾ ਨਾ ਗੁਰਮੁਖੋ, ਬਸ ਬੈਰਾਗ ਵਿੱਚ ਆ ਕੇ ਅੱਖਾਂ ਦੇ ਵਿੱਚ ਅਥਰੂ ਆ ਗਏ ਭਾਈ ਲਹਿਣਾ ਜੀ ਦੇ। ਤੇ ਕਹਿਣ ਲੱਗਾ, ਸਤਿਗੁਰੂ ਤੁਹਾਡੇ ਵਰਗਾ ਸਤਿਗੁਰੂ ਕੋਈ ਨਹੀਂ। ਅੱਜ ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਤੁਹਾਡੀ ਬਾਣੀ ਨੇ ਮੈਨੂੰ ਸਕੂਨ ਦਿੱਤਾ ਸੀ, ਸ਼ਾਂਤੀ। ਅੱਜ ਤੁਹਾਡੇ ਦਰਸ਼ਨਾਂ ਨੇ ਅੰਦਰ ਨੂੰ ਠੰਡ ਪਾ ਦਿੱਤੀ ਹੈ। ਬਸ ਗੁਰਮੁਖੋ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਭੋਰੇ ਬਣ ਕੇ ਭਾਈ ਲਹਿਣਾ ਜੀ ਰਹਿ ਗਏ। ਸਤਿਗੁਰਾਂ ਜੀ ਦਾ ਕੱਲ ਨੂੰ ਪ੍ਰਕਾਸ਼ ਵਾਲਾ ਦਿਨ ਹੈ, ਇਸ ਕਰਕੇ ਆਪਾਂ ਅੱਜ ਇਹ ਦਿਹਾੜਾ ਮਨਾ ਰਹੇ ਹਾਂ। ਮੈਂ ਬੇਨਤੀ ਕਰਾਂ
ਉੱਥੇ ਰਹਿ ਕੇ ਫਿਰ ਜਿਹੜੇ ਜੱਥਾ ਸੀ ਨਾ ਉਹਨਾਂ ਨੂੰ ਕਹਿ ਦਿੱਤਾ ਤੁਸੀਂ ਜਾਓ, ਮੈਂ ਹੁਣ ਇੱਥੇ ਹੀ ਰਹਿਣਾ ਹੈ। ਸਤਿਗੁਰੂ ਜੀ ਦੇ ਦਰ ਤੇ ਰਹਿ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਬਸ ਸੇਵਾ ਕਰਦੇ ਰਹੇ ਤੇ ਇੱਕ ਵਾਰ ਸਤਿਗੁਰੂ ਨੇ ਆਖਿਆ ਵੀ ਘਰ ਗੇੜਾ ਮਾਰ ਆਓ। ਘਰ ਗੇੜਾ ਗੁਰਮੁਖੋਂ ਮਾਰਨ ਗਏ, ਸਮਾਂ ਬੀਤਿਆ, ਦਿਲ ਨਾ ਲੱਗਾ, ਫਿਰ ਵਾਪਸ ਆ ਗਏ। ਬੜੇ ਸੋਹਣੇ ਵਸਤਰ ਪਾਏ ਸਨ ਭਾਈ ਲੈਣੇ ਨੇ, ਬੜੇ ਸੋਹਣੇ ਵਸਤਰ, ਕਹਿੰਦੇ ਸਫੇਦ, ਤੇ ਕਹਿੰਦੇ ਨੇ ਪ੍ਰਿੰਸੀਪਲ ਸਤਬੀਰ ਸਿੰਘ ਜੀ, ਡਾਕਟਰ ਅਜੀਤ ਸਿੰਘ ਜੀ ਔਲਖ, ਡਾਕਟਰ ਤਾਰਨ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਬੜੇ ਵਿਦਵਾਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ। ਕਹਿੰਦੇ ਨੇ ਇਤਨੀ ਸੇਵਾ ਕਰਦੇ ਸਨ। ਅੱਜ ਜਦੋਂ ਘਰੋਂ ਵਾਪਸ ਆਏ, ਬੜੇ ਸੋਹਣੇ ਵਸਤਰ ਪਾਏ, ਸਵਾ ਮਣ ਨਮਕ, ਸਵਾ ਮਣ ਨੂਣ ਆਪਣੇ ਘਰ ਤੋਂ ਚੁੱਕ ਕੇ ਸਿਰ ਤੇ ਗੁਰਮੁਖੋ ਇਹ ਲੈ ਕੇ ਆਏ ਗੁਰੂ ਕੇ ਲੰਗਰਾਂ ਵਾਸਤੇ। ਸੇਵਾ ਦੇ ਵਿੱਚ ਆਪਣੇ ਘਰੋਂ ਉਤਾਰੇ, ਚਲੇ ਗਏ ਮਾਤਾ ਸੁਲੱਖਣੀ ਜੀ ਦੇ ਕੋਲ। ਮਾਤਾ ਜੀ ਕਿੱਥੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ? ਮਾਤਾ ਜੀ ਕਹਿਣ ਲੱਗੇ ਲੈਣਾ ਜੀ ਉਹ ਖੇਤਾਂ ਵਿੱਚ ਗਏ ਨੇ ਨਦੀਨ ਪੁੱਟਣ ਵਾਸਤੇ। ਇਹ ਸਾਖੀ ਬਾ ਕਮਾਲ ਸਾਖੀ ਹੈ। ਹੁਣ ਪ੍ਰਖਿਆਵਾਂ ਹੋਣਗੀਆਂ ਪਿਆਰਿਓ। ਸੇਵਾ ਇਤਨੀ ਕੀਤੀ, ਸਤਿਗੁਰੂ ਜੀ ਦੇ ਦਰ ਤੇ ਘੜੇ ਗਏ ਤੇ ਗੁਰਮੁਖੋ ਅੱਜ ਪ੍ਰੀਖਿਆ ਹੋਣੀ ਸਟਾਰਟ ਸੀ। ਕਹਿੰਦੇ ਨੇ ਮਾਤਾ ਜੀ ਕਹਿਣ ਲੱਗੇ ਭਾਈ ਲੈਣਾ ਜੀ ਉਹ ਖੇਤਾਂ ਵਿੱਚ ਗਏ ਨੇ ਨਦੀਨ ਪੁੱਟਣ ਵਾਸਤੇ, ਕਿਉਂਕਿ ਨਦੀਨ ਘਾਹ ਉਗ ਪੈਂਦਾ ਸੀ ਤੇ ਗੁਰਮੁਖੋ ਆਤੇ ਬੜੀਆਂ ਦਵਾਈਆਂ ਨੇ। ਉਸ ਸਮੇਂ ਨਦੀਨ ਪੁੱਟਿਆ ਜਾਂਦਾ ਤੇ ਕਹਿੰਦੇ ਨਦੀਨ ਪੁੱਟਣ ਗਏ। ਬਸ ਰੁਕੇ ਨਹੀਂ, ਸਿੱਧਾ ਚਲੇ ਗਏ ਖੇਤਾਂ ਵਿੱਚ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਵੇਖਦੇ ਨੇ ਖੇਤਾਂ ਵਿੱਚ ਸਤਿਗੁਰੂ ਨਦੀਨ ਪੁੱਟ ਰਹੇ ਨੇ। ਥੋੜਾ ਗਿੱਲਾ ਸੀ ਘਾਹ ਤੇ ਆਪ ਵੀ ਨਾ ਜਾ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪੁੱਟਣ ਲੱਗ ਪਏ ਨਦੀਨ। ਪਰ ਨਦੀਨ ਨਹੀਂ ਸੀ ਗੁਰਮੁਖੋ, ਉਹ ਫਸਲ ਸੀ ਤੇ ਉਹ ਫਸਲ ਨੂੰ ਵੀ ਪੁੱਟਣ ਲੱਗ ਪਏ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੁਰਖਾ ਜਦੋਂ ਤੱਕ ਕਿਸੇ ਚੀਜ਼ ਦਾ ਪਤਾ ਨਾ ਹੋਵੇ ਨਾ, ਉਹ ਆਪਣੇ ਵੱਡੇ ਤੋਂ ਗੁਰੂ ਤੋਂ ਪੁੱਛ ਲੈਣਾ ਚਾਹੀਦਾ ਹੈ। ਭਾਵ ਗੁਰੂ ਦੀ ਆਗਿਆ ਲੈ ਕੇ ਕਰਮ ਕਰਨਾ ਚਾਹੀਦਾ ਹੈ। ਸਤਿਗੁਰੂ ਜੀ ਖਿਮਾ ਕਰ ਦਿਓ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪੰਡ ਤਿਆਰ ਕੀਤੀ। ਉਸ ਘਾਹ ਦੀ, ਉਹ ਗਿੱਲਾ ਘਾਹ ਸੀ ਗੁਰਮੁਖੋ, ਉਹ ਪੰਡ ਚੋ ਵੀ ਰਹੀ ਸੀ। ਤੇ ਕਵੀ ਜੀ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਚੂੜਾਮਣੀ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਜ਼ਿਕਰ ਕਰਦੇ ਨੇ। ਕਹਿੰਦੇ ਉਹ ਘਾਹ ਦੀ ਪੰਡ ਚੋ ਵੀ ਰਹੀ ਸੀ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਲੈਣਾ ਜੀ ਇਹ ਘਾਹ ਦੀ ਪੰਡ ਚੁੱਕੋ ਤੇ ਡੰਗਰ ਜਿਹੜੇ ਤਿਹਾਏ ਨੇ ਆਪਾਂ ਘਰ ਲੈ ਕੇ ਜਾਣਾ ਹੈ। ਵੇਖੋ ਇੱਕ ਵਾਰ ਵੀ ਭਾਈ ਲੈਣਾ ਜੀ ਨੇ ਜਵਾਬ ਨਹੀਂ ਦਿੱਤਾ। ਘਰੋਂ ਅਜੇ ਆਏ ਨੇ, ਸੋਹਣੇ ਵਸਤਰ ਪਾਏ ਨੇ, ਨਵੇਂ ਨਵੇਂ ਕੱਪੜੇ ਬਿਲਕੁਲ ਕੋਰੇ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਘਾਹ ਦੀ ਪੰਡ ਚੁੱਕੋ। ਜੇ ਅਸੀਂ ਹੁੰਦੇ ਤੇ ਕਹਿ ਦਿੰਦੇ ਵੀ ਸਤਿਗੁਰੂ ਨਵੇਂ ਕੱਪੜੇ ਪਾਏ ਨੇ, ਕਿਸੇ ਹੋਰ ਨੂੰ ਕਹਿ ਦਈਏ। ਤੇ ਗੁਰੂ ਨਾਨਕ ਸਾਹਿਬ ਦਾ ਬਚਨ ਨਾ ਗੁਰਮੁਖੋ ਸਤ ਕਰਕੇ ਮੰਨਿਆ। ਆਖਿਆ ਸਤਿਗੁਰੂ ਠੀਕ ਹੈ। ਉਸੇ ਤਰ੍ਹਾਂ ਗੁਰਮੁਖੋ ਹੱਸਦੇ ਆਪਣੇ ਚਿਹਰੇ ਨਾਲ ਉਹ ਘਾਹ ਦੀ ਪੰਡ ਚੁੱਕ ਲਈ ਤੇ ਚੁੱਕ ਕੇ ਆਪਣੇ ਸੀਸ ਤੇ ਰੱਖ ਲਈ ਤੇ ਲੈ ਕੇ ਨਾ ਉਹ ਚੋ ਕੇ ਕੱਪੜੇ ਸਾਰੇ ਮਲੀਨ ਹੋ ਗਏ, ਗੰਦੇ ਹੋ ਗਏ ਸਨ ਉਸ ਚਿੱਕੜ ਦੇ ਨਾਲ। ਤੇ ਗੁਰਮੁਖੋ ਜਦੋਂ ਘਰ ਆਏ, ਮਾਤਾ ਸੁਲੱਖਣੀ ਜੀ ਵੇਖ ਰਹੇ ਵੀ ਇਹ ਕੀ ਭਾਈ ਲੈਣਾ ਇਹ ਘਾਹ ਦੀ ਪੰਡ ਕੇ ਚੁੱਕ ਕੇ ਲਿਆ ਰਿਹਾ, ਨਵੇਂ ਕੱਪੜੇ ਸਾਰੇ ਗੰਦੇ ਹੋ ਗਏ। ਗੁਰੂ ਨਾਨਕ ਸਾਹਿਬ ਜੀ ਆਏ, ਆਖਿਆ ਸਤਿਗੁਰੂ ਇਹ ਤੁਸੀਂ ਕੀ ਕੀਤਾ? ਭਾਈ ਲੈਣਾ ਅਜੇ ਘਰ ਤੋਂ ਆਇਆ ਹੀ ਹੈ, ਤੁਸੀਂ ਘਾਹ ਦੀ ਪੰਡ ਚੁਕਾ ਦਿੱਤੀ। ਵੇਖੋ ਇਹਦੇ ਕੱਪੜੇ ਲਿਬੜ ਗਏ ਨੇ, ਛਿੱਟੀ ਪੈ ਗਏ ਨੇ ਦਾਗ ਦੇ। ਗੁਰੂ ਨਾਨਕ ਪਾਤਸ਼ਾਹ ਜੀ ਪਿਆਰ ਵਿੱਚ ਆਏ। ਸਤਿਗੁਰੂ ਮਹਾਰਾਜ ਸੇਵਾ ਤੁਤ ਨੇ ਪ੍ਰਭਾਵਿਤ ਸਨ। ਅੱਜ ਖੁਸ਼ ਹੋ ਕੇ ਮਹਾਰਾਜ ਕਹਿੰਦੇ ਸੁਲੱਖਣੀਏ ਅਸਲ ਵਿੱਚ ਘਾਹ ਇਹ ਜਿਹੜੀ ਪੰਡ ਹੈ ਇਹ ਕੋਈ ਹੋਰ ਚੁੱਕਣ ਵਾਸਤੇ ਜਿਹੜਾ ਹੈ ਲਾਇਕ ਹੀ ਨਹੀਂ ਹੈ। ਇਹ ਪੰਡ ਚੁੱਕਣ ਦੇ ਲਾਇਕ ਭਾਈ ਲੈਣਾ ਹੀ ਹੈ।
ਤੇ ਗੁਰੂ ਘਰ ਦੇ ਵਿੱਚ ਇਹ ਗੰਦਗੀ ਦੇ ਚਿੱਕੜ ਨਹੀਂ, ਇਹ ਤੇ ਕੇਸਰ ਦੇ ਜਿਹੜੇ ਛਿੱਟੇ ਨੇ, ਇਹ ਕੇਸਰ ਦੇ ਛਿੱਟੇ ਨੇ। ਇਹ ਜਿਹੜੀ ਗੁਰਿਆਈ ਦੀ ਤਖਤੀ ਹੈ, ਗੱਦੀ ਹੈ, ਇਸ ਭਾਰ ਨੂੰ ਕੇਵਲ ਭਾਈ ਲਹਿਣਾ ਚੁੱਕ ਸਕਦਾ ਹੈ। ਮਹਾਰਾਜ ਨੇ ਸੰਕੇਤ ਦੇ ਦਿੱਤਾ ਸੀ, ਗੁਰਮੁਖੋ ਇਸ਼ਾਰਾ ਕਰ ਦਿੱਤਾ, ਭਾਈ ਲਹਿਣਾ ਜੀ ਪਾਸ ਹੋਏ। ਗੁਰਮੁਖੋ ਕਹਿੰਦੇ ਨੇ ਜਦੋਂ ਰਾਤ ਨੂੰ ਕੰਧ ਉਸਾਰਨੀ ਸੀ, ਕਹਿੰਦੇ ਰਾਤ ਦਾ ਸਮਾਂ ਹਨੇਰੀ, ਜਿਹੜੀ ਰਾਤ ਸੀ ਠੰਡ ਸੀ ਬੜੀ, ਕਹਿੰਦੇ ਧਰਮਸ਼ਾਲਾ ਦੀ ਕੰਧ ਡਿੱਗ ਗਈ। ਸਿੱਖਾਂ ਨੂੰ ਆਖਿਆ ਗੁਰੂ ਨਾਨਕ ਸਾਹਿਬ ਜੀ, ਰਾਤ ਨੂੰ ਹਨੇਰੀ ਰਾਤ, ਬਰਸਾਤ ਪੈ ਰਹੀ ਹੈ, ਠੰਡੀ ਰਾਤ ਸੀ, ਕਹਿੰਦੇ ਬੜਾ ਠੰਡ ਦਾ ਸਮਾਂ ਸੀ, ਧਰਮਸ਼ਾਲਾ ਦੀ ਕੰਧ ਡਿੱਗੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖੋ ਇਹ ਕੰਧ ਉਸਾਰੋ। ਬੱਚਿਆਂ ਨੂੰ ਆਖਿਆ, ਬਾਬਾ ਸ਼੍ਰੀ ਚੰਦ ਨੂੰ, ਲਖਮੀ ਦਾਸ ਨੂੰ, ਉਹਨਾਂ ਆਖਿਆ ਪਿਤਾ ਜੀ ਇਹ ਤੇ ਮਿਸਤਰੀਆਂ ਦਾ ਕੰਮ ਹੈ, ਕੱਲ ਨੂੰ ਬਣ ਜੇਗੀ, ਕੋਈ ਗੱਲ ਨਹੀਂ, ਕੱਲ ਦਿਨ ਚੜੇਗਾ ਬਣਾ ਦਿਆਂਗੇ। ਰਾਤ ਠੰਡ ਬੜੀ ਹੈ, ਬਰਸਾਤ ਪੈ ਰਹੀ ਹੈ। ਸਾਰਿਆਂ ਨੇ ਮਨਾ ਕਰ ਦਿੱਤਾ। ਭਾਈ ਲਹਿਣੇ ਨੂੰ ਆਖਿਆ, ਲਹਿਣਿਆ ਇਹ ਧਰਮਸ਼ਾਲਾ ਦੀ ਕੰਧ ਉਸਾਰਨੀ ਹੈ। ਸਤਿਗੁਰੂ ਕਹਿਣ ਲੱਗੇ ਵੀ ਇਹ ਕੰਧ ਉਸਾਰਨੀ ਹੈ। ਭਾਈ ਲਹਿਣਾ ਨੇ ਆਖਿਆ, ਸਤਿਗੁਰੂ ਸਤ ਬਚਨ ਕਹਿ ਕੇ ਹਨੇਰੀ ਰਾਤ, ਅੱਤ ਦੀ ਠੰਡ ਦੀ ਰਾਤ, ਤੇ ਗੁਰਸਿੱਖੋ ਭਾਈ ਲਹਿਣਾ ਜੀ ਬਰਸਾਤ, ਵੇਖੋ ਬਰਸਾਤ ਵੀ ਪੈ ਰਹੀ ਹੈ, ਬਰਸਾਤ ਦੇ ਵਿੱਚ ਹੀ ਉਹ ਕੰਧ ਦੀ ਉਸਾਰੀ ਕਰਨ ਲੱਗੇ। ਸਵੇਰ ਹੋ ਗਈ, ਕੰਧ ਉਸਾਰਦਿਆਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੜੇ ਪ੍ਰਸੰਨ ਹੋਏ। ਇੱਕ ਵਾਰ ਆਉਂਦਿਆਂ ਰਸਤੇ ਵਿੱਚ ਗੰਦਗੀ ਵਿੱਚ ਕਟੋਰਾ ਡਿੱਗ ਪਿਆ ਸਤਿਗੁਰੂ ਜੀ ਦਾ ਦਹੀਂ ਵਾਲਾ। ਸਾਰਿਆਂ ਨੂੰ ਆਖਿਆ, ਬੱਚਿਓ ਕੱਢੋ। ਬਾਬਾ ਸ਼੍ਰੀ ਚੰਦ ਨੂੰ, ਸਿੱਖਾਂ ਨੂੰ ਜਵਾਬ ਦੇ ਦਿੱਤਾ, ਮਹਾਰਾਜ ਇਹ ਤਾਂ ਨੀਵੀਆਂ ਜਾਤਾਂ ਵਾਲੇ ਜਿਹੜੇ ਨੇ ਮੰਦ, ਉਹਨਾਂ ਦਾ ਕੰਮ ਹੈ ਗੰਦਗੀ ਵਿੱਚ ਹੱਥ ਮਾਰਨਾ, ਸਾਡਾ ਕੰਮ ਨਹੀਂ। ਤੇ ਭਾਈ ਲਿਆ ਨੂੰ ਆਖਿਆ, ਪੁਰਖਾ ਇਹ ਕੱਢ ਲਿਆ। ਆਖਿਆ, ਮਹਾਰਾਜ ਸਤ ਬਚਨ, ਗੰਦਗੀ ਵਿੱਚ ਹੱਥ ਮਾਰ ਕੇ ਕਟੋਰਾ ਕੱਢ ਲਿਆਏ। ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਇਹ ਨੀਵਿਆਂ ਨੂੰ, ਇਹ ਜਿਨ੍ਹਾਂ ਨੂੰ ਇਹ ਧਰਤੀ, ਇਹ ਸੰਸਾਰ ਜਿਹੜਾ ਨੀਵੀਆਂ ਜਾਤਾਂ ਵਾਲਾ ਆਖਦਾ ਹੈ, ਸ਼ੂਦਰ ਆਖਦਾ ਹੈ, ਜੇਕਰ ਉਹਨਾਂ ਨੂੰ ਕੋਈ ਗਲੇ ਨਾ ਲਾ ਸਕਦਾ ਤੇ ਕੇਵਲ ਉਹ ਭਾਈ ਲਹਿਣਾ ਹੈ। ਗੁਰਮੁਖੋ ਭਾਈ ਲਹਿਣਾ ਜੀ ਹਰ ਪ੍ਰੀਖਿਆ ਚੋਂ ਪਾਸ ਹੋਏ। ਅਖੀਰਲੀ ਪ੍ਰੀਖਿਆ ਕਹਿ ਕੇ ਮੈਂ ਸਮਾਪਤੀ ਕਰਦੇ ਹਾਂ, ਸਮਾਂ ਹੋ ਗਿਆ ਹੈ। ਭਾਈ ਲਹਿਣਾ ਜੀ ਦੀ ਅਖੀਰਲੀ ਪ੍ਰੀਖਿਆ ਸੀ 7 ਸਾਲ ਲਗਾਤਾਰ। 3 ਸਾਲ ਜਦੋਂ ਹੋ ਗਏ ਸਨ, ਸਤਿਗੁਰਾਂ ਨੇ ਘਰ ਵੀ ਭੇਜਿਆ ਸੀ ਵੀ ਜਾ ਘਰ ਚੱਕਰ ਮਾਰਾ, ਕਿਉਂਕਿ ਗੁਰੂ ਨਾਨਕ ਦਾ ਧਰਮ ਕਹਿੰਦਾ ਹੈ ਕਿ ਗ੍ਰਸਥੀ ਬਣ ਕੇ ਵੀ ਤੁਸੀਂ ਪਰਮਾਰਥ ਦੇ ਮਾਰਗ ਤੇ ਚੱਲ ਕੇ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹੋ। ਮਹਾਰਾਜ ਨੇ ਆਖਿਆ ਵੀ ਕਿਤੇ ਤੂੰ ਉਦਾਸੀ ਨਾ ਬਣ ਜਾਏ, ਜਾ ਘਰ ਵੀ ਚੱਕਰ ਮਾਰਾ, ਘਰ ਦਾ ਪਤਾ ਲੈ ਆ। 3 ਸਾਲ ਬਾਅਦ ਘਰ ਵੀ ਗਏ ਸਨ। ਅੱਜ 7 ਸਾਲ ਹੋ ਗਏ ਸੇਵਾ ਕਰਦੇ ਹਾਂ। ਅਖੀਰਲੀ ਸੇਵਾ ਭਾਈ ਲਹਿਣਾ ਜੀ ਦੀ। ਗੁਰਮੁਖੋ ਪ੍ਰੀਖਿਆ ਹੈ। ਸਤਿਗੁਰੂ ਜੀ ਨੇ ਮੈਲੇ ਕੁਚੈਲੇ ਵਸਤਰ ਪਾਲੇ, ਭੈੜਾ ਜਾ ਸਾਫਾ ਬਣ ਲਿਆ। ਕਹਿੰਦੇ ਮੋਢੇ ਦੇ ਉੱਤੇ ਸਤਿਗੁਰਾਂ ਨੇ ਇੱਕ ਝੋਲਾ ਲਟਕਾ ਲਿਆ ਤੇ ਪਾਤਸ਼ਾਹ ਨੇ ਜਿਹੜੀ ਡਾਂਗ ਛੋਟਾ ਹੱਥ ਵਿੱਚ ਫੜ ਲਿਆ। ਤੇ ਗੁਰਮੁਖੋ ਸਾਰੇ ਸਿੱਖ ਹੈਰਾਨ, ਅੱਜ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਹੋ ਗਿਆ ਹੈ। ਸਤਿਗੁਰੂ ਕਹਿੰਦੇ ਸਾਰੇ ਭੱਜ ਜਾਓ, ਚਲੇ ਜਾਓ, ਭੱਜ ਜਾਓ। ਤੇ ਗੁਰਮੁਖੋ ਕਹਿਣ ਲੱਗੇ ਡਰ ਦੇ ਮਾਰੇ ਕਈ ਭੱਜ ਗਏ, ਜਿਹੜੇ ਨਹੀਂ ਭੱਜੇ ਮਹਾਰਾਜ ਨੇ ਸੋਨੇ ਦੀਆਂ ਮੋਹਰਾਂ, ਚਾਂਦੀ ਦੀਆਂ ਮੋਹਰਾਂ ਕਹਿੰਦੇ ਨੇ ਉਹ ਵਿਛਾ ਦਿੱਤੀਆਂ, ਉਹ ਲੈ ਕੇ ਭੱਜ ਗਏ। ਕਈ ਸਾਰੇ ਦੌੜ ਗਏ। ਜੇ ਬਚੇ ਤੇ ਭਾਈ ਲਹਿਣਾ ਜੀ ਬਚੇ। ਜਿਹੜੇ ਬਚੇ ਸਨ ਨਹੀਂ ਬਣ ਜਾਂਦੇ, ਮਹਾਰਾਜ ਨਾ ਛੋਟਾ ਮਾਰਦੇ ਖਿੱਚ ਕੇ ਉਹਨਾਂ ਨੂੰ, ਤੇ ਉਹ ਡਰ ਦੇ ਮਾਰੇ ਸਾਰੇ ਭੱਜ ਗਏ। ਭਾਈ ਲਹਿਣੇ ਨੂੰ ਬੜੇ ਛੋਟੇ ਵਜੇ। ਭਾਈ ਲਹਿਣੇ ਨੂੰ ਆਖਦੇ ਨੇ, ਪੁਰਖਾ ਲੈਣਿਆ ਤੂੰ ਨਹੀਂ ਜਾਂਦਾ। ਤੇ ਭਾਈ ਲਹਿਣੇ ਨੇ ਹੱਥ ਜੋੜ ਕੇ ਕਿਹਾ, ਗੁਰੂ ਨਾਨਕ ਸਾਹਿਬ ਜੀ ਸਾਰਿਆਂ ਦੇ ਘਰ ਹੋਣਗੇ, ਕਿਸੇ ਦਾ ਕੋਈ ਘਰ, ਕਿਸੇ ਦਾ ਕੋਈ ਘਰ, ਉਹ ਆਪਣੇ ਆਪਣੇ ਘਰ ਚਲੇ ਗਏ, ਮੇਰਾ ਤੇ ਘਰ ਹੀ ਕੋਈ ਨਹੀਂ, ਮੇਰਾ ਤੇ ਘਰ ਹੀ ਕੋਈ ਨਹੀਂ, ਮੇਰਾ ਤੇ ਤੁਹਾਡਾ ਘਰ ਹੀ ਮੇਰਾ ਘਰ ਹੈ। ਸਤਿਗੁਰੂ ਮੈਂ ਕਿੱਥੇ ਜਾਵਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅੱਛਾ, ਬੜੇ ਖੁਸ਼ ਹੋਏ। ਕਹਿੰਦੇ ਜਾ ਫਿਰ ਜਾਓ ਮੁਰਦਾ ਖਾ। ਸਾਹਮਣੇ ਵਸਤਰ ਪਿਆ ਸੀ ਚਿੱਟਾ, ਨੀਚੇ ਇੰਜ ਲੱਗਦਾ ਜਿਵੇਂ ਕੋਈ ਮੁਰਦਾ ਹੈ। ਕਹਿੰਦੇ ਮਹਾਰਾਜ ਕਹਿੰਦੇ ਜਾ ਫਿਰ ਮੁਰਦਾ ਖਾ। ਚਲੇ ਗਏ, ਪਰਕਰਮਾ ਕਰਨ ਲੱਗ ਪਏ।
ਸਤਿਗੁਰੂ ਕਹਿੰਦੇ ਖਾਂਦਾ ਕਿਉਂ ਨਹੀਂ? ਮਹਾਰਾਜ ਹੁਕਮ ਤੇ ਕਰੋ, ਪੈਰਾਂ ਵਾਲੇ ਪਾਸਿਓ ਖਾਵਾਂ, ਸਿਰ ਵਾਲਿਓ ਪਾਸਿਓ ਖਾਵਾਂ, ਵਿਚਕਾਰੋਂ ਖਾਵਾਂ, ਤੁਹਾਡੇ ਹੁਕਮ ਤੋਂ ਬਗੈਰ ਨਹੀਂ। ਸਤਿਗੁਰੂ ਖੁਸ਼ ਹੋਏ, ਕਹਿਣਗੇ ਵਿਚਕਾਰੋਂ ਖਾ। ਜਦੋਂ ਖਾਣ ਲੱਗੇ ਉਹ ਕਪੜਾ ਚੱਕਿਆ ਤੇ ਅੰਦਰ ਸੀ ਕੜਾ ਪ੍ਰਸ਼ਾਦ ਦੀ ਦੇਗ। ਮਹਾਰਾਜ ਨੇ ਛਕਾਈ ਤੇ ਗਲੇ ਨਾਲ ਲਾਇਆ, ਭਾਈ ਲੈਣਿਆ ਆਹ ਅੱਜ ਤੋਂ ਬਾਅਦ ਤੂੰ ਗੁਰੂ ਨਾਨਕ ਦਾ ਅੰਗ ਬਣ ਗਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਅੰਗ ਬਣਾਇਆ। ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਗੁਰਗੱਦੀ ਦੀ ਦਾਤ ਬਖਸ਼ੀ, ਭਾਈ ਲਹਿਣੇ ਤੋਂ ਗੁਰੂ ਅੰਗਦ ਬਣਾ ਦਿੱਤਾ। ਭਾਈ ਸੱਤਾ ਤੇ ਭਾਈ ਬਲਵੰਡ ਜੀ ਰਾਮਕਲੀ ਕੀ ਵਾਰ ਵਿੱਚ ਕਹਿੰਦੇ ਨੇ, ਜੋ ਤੂਹਾਂ ਜੁਗਤ ਸਾਏ ਸਹਿਕਾਇਆ, ਫਿਰ ਪਲਟੀ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਰਹਿਮਤ ਕਰਨ, ਆਪ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਅਤੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸਮੂਹ ਹਰਿਆਣਾ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਵੱਲੋਂ ਸਾਡੇ ਇਲਾਕੇ ਦੇ ਬਹੁਤ ਹੀ ਸਤਿਕਾਰਯੋਗ ਹਰਮਨ ਪਿਆਰੇ ਸਾਡੇ ਵੀਰ ਜੋ ਚੇਚੇ ਤੌਰ ਤੇ ਇਹ ਪ੍ਰੋਗਰਾਮ ਉਲੀਕ ਰਹੇ ਨੇ, ਭਾਈ ਹਰਪ੍ਰੀਤ ਸਿੰਘ ਜੀ ਬਲੋਲੀ, ਉਹਨਾਂ ਦਾ ਧੰਨਵਾਦ। ਆਪ ਸਾਰਿਆਂ ਨੂੰ ਇੱਥੋਂ ਦੇ ਪ੍ਰਬੰਧ ਵੱਲੋਂ, ਸਟਾਫ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਅੱਜ ਸਤਿਗੁਰੂ ਜੀ ਦਾ, ਗੁਰੂ ਅੰਗਦ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਤੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਇਸ ਸਥਾਨ ਤੇ ਮੱਸਿਆ ਵਾਲੇ ਦਿਨ ਮਨਾਇਆ ਗਿਆ। ਸਭ ਨੂੰ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਭੁੱਲ ਚੁੱਕ ਦੀ ਖਿਮਾ। ਪਰਵਾਨੋ ਜੀ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।